ਜਥੇਦਾਰ ਅਕਾਲ ਤਖਤ ਦਾ ਕਹਿਣਾ ਹੈ ਕਿ ਲਿਲੜੀਆਂ ਕੱਢਣ ਦੀ ਲੋੜ ਨਹੀਂ। ਐਸਜੀਪੀਸੀ ਆਪਣੇ ਆਪ 'ਚ ਵੱਡੀ ਸੰਸਥਾ ਹੈ। ਪ੍ਰਧਾਨਾਂ ਤੋਂ ਕਦੇ ਦਿੱਲੀ ਕੰਬਿਆ ਕਰਦੀ ਸੀ ਤੇ ਹੁਣ ਪ੍ਰਧਾਨ ਜਾ ਕੇ ਦਿੱਲੀ ਦਰਬਾਰ 'ਚ ਜਾ ਕੇ ਬਹਿੰਦੇ ਆ ਤੇ ਉਹਨਾਂ ਲਈ ਬੂਹਾ ਨਹੀਂ ਖੋਲਿਆ ਜਾਂਦਾ। ਰਵਨੀਤ ਸਿੰਘ ਬਿੱਟੂ ਲੁਧਿਆਣਾ ਦੇ ਸੰਸਦ ਨੇ ਔਰ ਉਸ ਪਰਿਵਾਰ ਤੋਂ ਨੇ। ਉਹ ਕਹਿੰਦੇ ਆ ਕਿ ਅਸੀਂ ਸ਼ਹਾਦਤਾਂ ਦੇ ਕੇ ਪੰਜਾਬ ਬਚਾਇਆ। ਇਸ ਮੁੱਦੇ ਤੇ ਅੱਜ ਉਹਨਾਂ ਦੇ ਬਿਆਨ ਦੇ ਨਾਲ ਤਰਥੱਲੀ ਮੱਚੀ ਹੈ। ਗੱਲਬਾਤ ਕਰਦੇ ਆ ਔਨ 에ਅਰ ਤੇ। ਬਹੁਤ ਸਵਾਗਤ ਹੈ ਬਿੱਟੂ ਜੀ। ਮੱਕੜ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ। ਆਪਾਂ ਤਾਂ ਇੱਕ ਜ਼ਿਲ੍ਹੇ ਤੋਂ ਹਾਂ, ਲੁਧਿਆਣੇ ਤੋਂ ਹਾਂ, ਪਰ ਮੈਂ ਬਹੁਤ ਲੰਬੇ ਚਿਰ ਬਾਅਦ ਜਿਹੜਾ ਇਹ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਕਈਆਂ ਨੇ ਇੱਥੇ ਵੀ ਕਹਿ ਦੇਣਾ ਵੀ ਮੱਕੜ ਸਾਹਿਬ ਤੁਸੀਂ ਕਿਉਂ ਬਿੱਟੂ ਨਾਲ ਇੰਟਰਵਿਊ ਕੀਤੀ, ਪਰ ਭਾਈ ਸਾਡਾ ਜ਼ਿਲ੍ਹਾ ਇੱਕ ਹੈ, ਇਸ ਕਰਕੇ ਮੇਰਾ ਵੀ ਮਨ ਸੀ ਵੀ ਮੱਕੜ ਸਾਹਿਬ ਨਾਲ ਜ਼ਰੂਰ ਇੰਟਰਵਿਊ ਕੀਤੀ ਜਾਵੇ। ਇਸ ਗੱਲ ਨਾਲ ਜਦੋਂ ਲੋਕ ਕਹਿ ਦਿੰਦੇ ਆ ਵੀ ਐਂ ਕਿਉਂ ਕੀਤਾ ਜਾਂ ਰਵਨੀਤ ਬਿੱਟੂ ਨੇ ਐਂ ਕਿਉਂ ਕੀਤਾ, ਨਹੀਂ ਮੈਨੂੰ ਉਹ ਨਹੀਂ ਪੈਂਦਾ। ਪਰ ਹੁਣ ਜਿਹੜੇ ਤੁਹਾਡੇ ਵਰਗੇ ਦਾਇਰੇ ਨੇ ਜਿਹੜੇ ਜਿਨ੍ਹਾਂ 'ਚ ਬਹੁਤ ਗੂੜੀ ਜਿਹੜੇ ਸਿੱਖ ਮੁੱਦਿਆਂ 'ਤੇ ਗੱਲ ਹੁੰਦੀ ਆ, ਉਹ ਲੋਕ ਫੋਲੋ ਕਰਦੇ ਆ। ਮੈਨੂੰ ਇਹ ਜ਼ਰੂਰ ਲੱਗਦਾ ਵੀ ਮੇਰੇ ਕਰਕੇ ਕੋਈ ਕਿੰਤੂ ਪਰੰਤੂ ਨਾ ਹੋਵੇ, ਕਿਉਂਕਿ ਅਸੀਂ ਤਾਂ 1990 ਲਾ ਲਓ ਜਦ ਤੱਕ ਸਮਝ ਆਈ ਸੀ, ਉਹ ਇੱਕ ਵਰਗ ਦੀਆਂ ਲਗਾਤਾਰ ਉਹੀ ਗਾਲਾਂ ਉਹੀ ਕਮੈਂਟ। ਉਦੋਂ ਉਹਦੇ ਹਜੇ ਕਿ ਡਿਜੀਟਲ ਨਹੀਂ ਸੀ, ਉਦੋਂ ਅਦਾਰੇ ਅਖਬਾਰ ਜਿਹੜੇ ਸੀ ਬਹੁਤ ਤੱਤਾ ਵੀ ਲਿਖਦੇ ਸੀ, ਉਹ ਨਹੀਂ ਸੀ ਕੋਈ ਗੱਲ। ਪਰ ਉਹ ਆਦਤ ਪਈ ਹੋਈ ਦਾਦਾ ਜੀ ਤੋਂ ਲੈ ਕੇ ਹਜੇ ਤੱਕ ਉਹ ਕੰਟੀਨਿਊ ਆ। ਹੁਣ ਉਹ ਇਹਦੇ 'ਚ ਹਜ਼ਾਰਾਂ 'ਚ ਵੱਧ ਗਈ ਆ। ਮੈਂ ਤੁਹਾਨੂੰ ਬਿਲਕੁਲ ਫਰੈਂਕਲੀ ਗੱਲ ਕਰਦਾ ਬਈ ਕਿਸੇ ਵੇਲੇ ਸੀ ਬਹੁਤ ਸਾਲ ਪਹਿਲਾਂ। ਹੁਣ ਤਾਂ ਐਂ ਲੱਗਦਾ ਵੀ ਇਹਦੇ ਬਗੈਰ ਮੈਂ ਸਮਝਦਾ ਡੈਮੋਕ੍ਰੇਸੀ ਹੋ ਨਹੀਂ ਗਈ। ਫਿਰ ਜਥੇਦਾਰ ਦੇ ਬਿਆਨ ਤੇ ਬੋਲਣ ਦੀ ਕੀ ਲੋੜ ਪੈ ਗਈ ਸੀ? ਜਥੇਦਾਰ ਸਾਹਿਬ ਸਤਿਕਾਰਤ ਨੇ, ਉਹ ਕੋਈ ਨਾ ਕੋਈ ਕੌਮ ਪ੍ਰਤੀ ਬਿਆਨ ਦਿੰਦੇ ਆ, ਤਾਂ ਰਵਨੀਤ ਬਿੱਟੂ ਨੂੰ ਹਰ ਵਾਰ ਕੀ ਲੋੜ ਹੁੰਦੀ ਹੈ ਕਿ ਉਹਨਾਂ ਦੇ ਕਿਸੇ ਬਿਆਨ ਨੂੰ ਕੱਟਣਾ ਹੈ ਜਾਂ ਉਹਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ? ਨਾ ਅਕਾਲ ਤਖਤ ਸਾਹਿਬ ਮੈਂ ਜਿੱਥੇ ਵੀ ਕਿਸੇ ਨਾਲ ਵੀ, ਚਾਹੇ ਕੋਈ ਕਾਂਗਰਸੀ ਆ, ਚਾਹੇ ਕੋਈ ਬੀਜੇਪੀ ਵਾਲਾ, ਚਾਹੇ ਕੋਈ ਕਿਸੇ ਪਾਰਟੀ ਦਾ, ਚਾਹੇ ਕੋਈ ਬਾਹਰ ਬੈਠਾ, ਜਿਹੜਾ ਅਕਾਲ ਤਖਤ ਸਭ ਤੋਂ ਵੱਡਾ ਸਤਿਕਾਰ ਹੀ ਕੋਈ ਨਹੀਂ। ਇਹ ਡਿਬੇਟ ਹੀ ਤਾਂ ਹੈ ਬਈ ਮਹਾਰਾਜਾ ਰਣਜੀਤ ਸਿੰਘ ਵਰਗਾ, ਸਭ ਨੂੰ ਪਤਾ ਹੈ ਜਿਹੜੀ ਮੈਂ ਗੱਲ ਕਹਿਣ ਕੋਈ ਨਵੀਂ ਨਹੀਂ, ਆਪਾਂ ਵੀ ਪੜ੍ਹੀ ਆ ਸੁਣੀ ਆ ਬਈ, ਐਡਾ ਵੱਡਾ ਰਾਜ ਕਾਬਲ ਤੋਂ ਲੈ ਕੇ ਕੰਧਾਰ, ਉਹ ਬੰਦੇ ਨੂੰ ਅਕਾਲ ਤਖਤ ਸਾਹਿਬ ਨੇ ਸਜ਼ਾ ਲਾਤੀ ਘੋੜਿਆਂ ਦੀ, ਤੇ ਉਹ ਬੰਦਾ ਆ ਕੇ ਮਾਫੀ ਮੰਗੀ, ਘੋੜੇ ਖਾਧੇ। ਅੱਜ ਦੇ ਜਥੇਦਾਰਾਂ ਨਾਲ ਡਿਬੇਟ ਨਹੀਂ, ਮੇਰੇ ਵਰਗੇ ਦੀ ਕੀ ਹਿੰਮਤ ਆ ਕੋਈ ਜਥੇਦਾਰ ਸਾਹਿਬ ਨੂੰ ਕੋਈ ਲਫ਼ਜ਼ ਕਹਿ ਦੇ? ਕਿਉਂ ਕਹਿ ਸਕਦਾ? ਕਿਉਂਕਿ ਅੱਜ ਦੇ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ, ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਜਿਹੜੀਆਂ ਬੇਅਦਬੀਆਂ ਹੋਈਆਂ, ਜਿਹੜੇ ਅਕਾਲ ਤਖਤ ਸਾਹਿਬ ਤੋਂ ਉਹ ਬਾਬਾ ਜਿਹੜਾ ਜੇਲ੍ਹ 'ਚ ਬੈਠਾ ਰਾਮ ਰਹੀਮ, ਉਹਨੂੰ ਹੁਕਮਨਾਮੇ ਮਾਫੀ ਦੇ ਜਾਰੀ ਕੀਤੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਉਹਨਾਂ ਨੇ ਪਹਿਰਾਵਾ ਜਿਹੜਾ ਹੈ ਉਹ ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪਾਇਆ। ਤੇ ਫਿਰ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦਾ ਵੀ ਇਹਨਾਂ ਦੀਆਂ ਫਿਲਮਾਂ ਚੱਲਣੀਆਂ ਚਾਹੀਦੀਆਂ। ਤੇ ਜਾਂਦੀ ਤਾਂ ਤੁਹਾਡੀ ਪਾਰਟੀ ਵੀ ਰਹੀ ਆ, ਅੱਧੇ ਬੰਦੇ ਤੁਹਾਡੀ ਪਾਰਟੀ ਦੇ, ਅੱਧੇ MLAs ਉਸੇ ਦਰਬਾਰ 'ਚ ਮੱਥਾ ਟੇਕਦੇ ਰਹੇ। ਮੈਂ ਇਸ ਪੋਲੀਟੀਕਲ ਡਿਬੇਟ ਹੀ ਨਹੀਂਗਾ। ਪੋਲੀਟਿਕਸ ਦੇ ਵਿੱਚ ਤਾਂ ਮੈਂ ਸਮਝਦਾ ਸਾਰੇ ਹੀ ਇੱਕ ਦੂਜੇ ਕੋਲ ਜਾਂਦੇ ਆ, ਸਾਰੇ ਇੱਕ ਦੂਜੇ ਨੂੰ ਮਿਲਦੇ ਆ। ਜਦੋਂ ਕੋਈ ਰਾਜ ਭਾਗ 'ਚ ਹੁੰਦਾ, ਉਹ ਸਟੇਟ ਦਾ ਮੁੱਖ ਮੰਤਰੀ ਹੁੰਦਾ, ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ, ਉਹ ਇੱਕ ਪੋਲੀਟੀਕਲ ਪਾਰਲੀਮੈਂਟ 'ਚ ਇਕੱਠੇ ਬਹਿਣਾ। ਪਰ ਉਸ ਰਾਮ ਰਹੀਮ ਨੂੰ ਅਕਾਲੀਆਂ ਦੇ ਨਾਲ ਕਾਂਗਰਸ ਨੇ ਵੀ ਤਾਂ ਸਟਰੋਂਗ ਕੀਤਾ। ਰਾਮ ਰਹੀਮ ਦੀ ਗੱਲ, ਮੈਂ ਰਾਮ ਰਹੀਮ ਦੀ ਗੱਲ ਕਰ ਰਿਹਾ। ਨਹੀਂ ਇਹ 100% ਤੁਹਾਡੇ ਇਹ 'ਚ ਕੋਈ ਸ਼ੰਕਾ ਨਹੀਂ ਵੀ ਹਰ ਮੁੱਖ ਮੰਤਰੀ ਉੱਥੇ ਜਾਂਦਾ ਰਿਹਾ, ਵੋਟਾਂ ਲਈ ਜਾਂਦਾ ਰਿਹਾ, ਚਾਹੇ ਕਾਂਗਰਸ ਦਾ ਹੋਵੇ, ਚਾਹੇ ਉਹ ਅਕਾਲੀ ਦਲ ਦਾ ਹੋਵੇ, ਚਾਹੇ ਕੋਈ BJP ਦਾ ਹੋਵੇ, ਚਾਹੇ ਦੂਜੀਆਂ ਸਟੇਟਾਂ ਦੇ ਮੁੱਖ ਮੰਤਰੀ ਹੋਣ। ਪਰ ਜਿਹੜੀ ਅਕਾਲੀ ਦਲ ਆ, ਉਹਦਾ ਹੀ ਕੰਟਰੋਲ, SGPC ਦਾ ਕੰਟਰੋਲ ਉਹਨਾਂ ਦਾ। ਇੱਧਰਲੀ ਜੇਬ 'ਚੋਂ ਸੁਖਬੀਰ ਸਿੰਘ ਬਾਦਲ ਦੀ, ਸੱਜੀ ਜੇਬ 'ਚੋਂ SG ਦੀ ਪ੍ਰਧਾਨ ਦੀ ਚਿੱਠੀ ਨਿਕਲਦੀ ਹੈ, ਖੱਬੇ ਜੇਬ 'ਚੋਂ ਅਕਾਲ ਤਖਤ ਦੇ ਜਥੇਦਾਰ ਦੀ ਨਿਕਲਦੀ ਆ। ਗੱਲ ਉਸ ਦੀ ਆ। ਕਾਂਗਰਸ ਦਾ ਜਥੇਦਾਰ SGPC ਤੇ ਕਾਬਜ਼ ਥੋੜ੍ਹੀ ਆ, ਜਾਂ ਕੋਈ ਹੋਰ ਥੋੜ੍ਹੀ। SGPC ਤੇ ਕਾਬਜ਼ ਅਕਾਲੀ ਦਲ ਬਾਦਲ ਆ। ਉਹਨਾਂ ਦੇ ਇਲੈਕਸ਼ਨ ਹੋ ਕੇ ਮੈਂਬਰ ਜਿੱਤ ਕੇ ਤੇ
ਇਹ 'ਚ ਕੋਈ ਝੂਠ ਨਹੀਂ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਉਹ ਬਣਾਉਂਦੇ ਆ। ਤੇ ਉਹ ਜ਼ੋਰ ਪਾ ਕੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੀਟਿੰਗਾਂ ਕਰਕੇ ਉਹਨਾਂ ਨੂੰ ਚਿੱਠੀ ਜਾਰੀ ਕਰਵਾਉਂਦੇ। ਇਹ ਤਾਂ ਜਥੇਦਾਰ ਸਾਹਿਬ ਨੇ ਬਾਅਦ ਚ ਆਪ ਦੱਸਿਆ। ਸਾਬਕਾ ਤੁਸੀਂ ਇੰਨੇ ਸਾਲਾਂ ਤੋਂ ਐਸਜੀਪੀਸੀ ਦੀ ਚੋਣ ਨਹੀਂ ਹੋ ਰਹੀ, ਰਵਨੀਤ ਬਿੱਟੂ ਨੇ ਕਿੰਨੇ ਸੰਘਰਸ਼ ਕੀਤੇ, ਫਿਰ ਕਿੰਨੇ ਵਾਰੀ ਕੇਂਦਰ ਸਰਕਾਰ ਤੇ ਪ੍ਰੈਸ਼ਰ ਪਾਇਆ ਭਾਈ ਡੈਮੋਕ੍ਰੈਟਿਕ ਤਰੀਕੇ ਨਾਲ ਚੋਣਾਂ ਕਰਾਓ? ਦੇਖੋ ਇਹ ਕੁਐਸਚਨ ਇੱਕ ਬਹੁਤ ਵੱਡਾ, ਮੈਂ ਉਹਦੇ ਤੇ ਵੀ ਆਉਣਾ ਵੀ ਮੇਰੇ ਤੇ। ਦੇਖੋ ਕਮਜ਼ੋਰ ਕਿੰਨੇ ਹੋ ਗਏ ਅਦਾਰੇ ਬਈ, ਇਲੈਕਸ਼ਨ ਕਰਾਉਣ ਦੀ ਤਾਕਤ ਵੀ ਹੋਮ ਮਿਨਿਸਟਰੀ ਲੈ ਗਿਆ। ਚਾਹੇ ਉਹਦੇ ਵਿੱਚ ਪਾਰਟੀ ਕਾਂਗਰਸ ਹੋਵੇ, ਮੈਂ ਉਹ 'ਚ ਨਹੀਂ ਬਈ, ਜਿਹੜੀ ਜਥੇਦਾਰ ਨੇ ਅੱਜ ਗੱਲ ਕੀਤੀ ਹੈ ਕਿਤੇ ਨਾ ਕਿਤੇ ਤਾਂ ਉਹ ਗੱਲ ਬਿਲਕੁਲ ਠੀਕ ਆ ਵੀ ਪਹਿਲਾਂ ਇਲੈਕਸ਼ਨ ਕਰਾਉਣ ਦੀ ਤਾਕਤ ਸਾਡੇ ਕੋਲ, ਹੁਣ ਐਸਜੀਪੀ ਦੀ ਇਲੈਕਸ਼ਨ ਕਰਾਉਣ ਦੀ ਹੋਮ ਮਿਨਿਸਟਰੀ ਕੋਲ ਤਾਕਤ ਆ। ਹੁਣ ਸੁਣ ਲਓ, ਆਹ ਸਾਲ ਦੀ ਗੱਲ ਆ, ਉਦੋਂ ਪਹਿਲਾਂ ਤਾਂ ਇਲੈਕਸ਼ਨ ਹੋਣ ਹੀ ਨਹੀਂ ਦਿੰਦੇ ਸੀ। ਕਿਉਂ? ਕਿਉਂਕਿ ਅਕਾਲੀ ਦਲ ਤੇ ਬੀਜੇਪੀ ਭਾਈਵਾਲ ਸੀਗੇ ਇਕੱਠੇ, ਜਿਹੜੇ ਰਾਜ ਦੇ ਵਿੱਚ ਹਰਸਿਮਰਤ ਕੌਰ ਉੱਥੇ ਮੰਤਰੀ ਸੀਗੇ ਬੈਠੇ, ਇਲੈਕਸ਼ਨ ਕਿਤੇ ਹੋਣ ਦਿੰਦੇ ਸੀ? ਉਹ ਤਾਂ ਉਹੀ ਬਹਾਨਾ ਬਣਾ ਕੇ ਕੋਰਟ 'ਚ ਸਾਲ ਲੱਗੇ, ਕਿਉਂਕਿ ਉਹਨਾਂ ਦਾ ਰਾਜ ਭਾਗ ਸੀ। ਅਸੀਂ ਬਥੇਰਾ ਜ਼ੋਰ ਲਾਇਆ, ਬਥੇਰਾ ਕਹਿੰਦੇ ਰਹੇ ਆ ਜਾ ਕੇ। ਇਸ ਸੈਸ਼ਨ 'ਚ ਤੁਸੀਂ ਫੇਰ ਕੁਝ ਦਿਨਾਂ 'ਚੋਂ ਸੁਣੋਗੇ ਵੀ ਅਸੀਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਕਵਾਂਗੇ ਵੀ ਐਸਜੀਪੀਸ ਦੀ ਭਾਈ ਇਲੈਕਸ਼ਨ ਕਰਾਓ। ਪਰ ਉਹਨਾਂ ਚਿਰ ਰਾਜ ਭਾਗ ਇਹਨਾਂ ਕੋਲੇ ਹਮੇਸ਼ਾ ਰਿਹਾ। ਜਿਹੜਾ ਇਹ ਗਾਣਾ ਗਾ ਰਹੇ ਆ ਉਸ ਤੇ ਬਾਅਦ ਚਾਹਾਂਗੇ, ਪਰ ਮੈਂ ਉਸ ਤੇ ਆਵਾਂ ਪਹਿਲਾਂ ਜਥੇਦਾਰ ਸਾਹਿਬ ਤੇ ਵੀ ਜਥੇਦਾਰ ਸਾਹਿਬ ਅੱਜ ਕਿਉਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਅਕਾਲੀ ਦਲ ਦੀਆਂ? ਪੰਥ ਦੂਰ ਨਹੀਂ ਹੋਇਆ, ਕੌਮ ਦੂਰ ਨਹੀਂ ਹੋਈ, ਇਹ ਜਥੇਦਾਰ ਸਾਹਿਬ ਤੇ ਐਸਜੀਪੀਸੀ ਪ੍ਰਧਾਨ ਦੂਰ ਹੋ ਗਏ ਕੌਮ ਤੇ ਪੰਥ ਤੋਂ। ਤੁਸੀਂ ਇੱਕ ਗੱਲ, ਮੈਂ ਜਿਹੜੀ ਉਹਨਾਂ ਨੇ ਜ਼ਿਕਰ ਕੀਤਾ, ਮੈਂ ਤੁਹਾਡੇ ਕੁਐਸਚਨ ਦਾ ਵੀ ਮੈਂ 2 ਮਿੰਟ ਮੈਨੂੰ ਦੇ ਦਿਓ, ਮੌਕਾ ਮਿਲਿਆ। ਦੇਖੋ ਸਾਡਾ ਕਿਹੜਾ ਦਿਲ ਨਹੀਂ ਦੁਖਦਾ ਬਈ, ਐਸਜੀਪੀਸੀ ਦੇ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ 2 ਚੰਦੂ ਮਾਜਰਾ ਸਾਹਿਬ, ਸਾਡੇ ਆਪਣੇ ਹੋਰ ਸੀਨੀਅਰ ਅਕਾਲੀ ਦਲ ਦੇ ਜਿਹੜੇ ਲੀਡਰ ਸਾਹਿਬਾਨ, ਉਹ ਆ ਜਿਵੇਂ ਇੱਕ ਪੋਰਚ ਬਣਿਆ ਹੈ ਬਾਹਰ, ਪੋਰਚ ਨਹੀਂ, ਜਿਵੇਂ ਸੰਤਰੀ ਦੀ ਪੋਸਟ ਆ 5x5 ਦੀ, ਜਿੱਥੇ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੇ ਸੰਤਰੀ ਦੀ ਪੋਸਟ ਸੰਤਰੀ ਖੜਦਾ ਹੈ, ਉਹਦੇ ਵਿੱਚ ਇਹ ਸਾਰੇ ਲੋਕ ਨੇ ਜਿਹੜੇ ਵਰਦੇ ਮੀਂਹ 'ਚ, ਭੁੰਦੜ ਸਾਹਿਬ ਵਰਗੇ, ਉਹ ਮੀਂਹ ਦੇ ਵਿੱਚ ਉਹਨਾਂ ਨੇ ਖੜੇ ਰੱਖੇ। ਇਹ ਇਦੋਂ ਕਮਜ਼ੋਰੀ ਦੀ ਗੱਲ, ਪਰ ਕਿਉਂ? ਇਹ ਵੀ ਦੇਖੋ, ਮੇਰੀ ਗੱਲ ਕਿਸੇ ਨੂੰ ਗਲਤ ਲੱਗ ਸਕਦੀ ਆ, ਪਰ ਜਿੱਥੇ ਦਿੱਲੀ ਤਾਂ ਆ ਕੇ ਉਰੇ ਹੱਥ ਜੋੜ ਕੇ ਖੜਦੀ ਸੀ ਭਾਈ, ਦੱਸੋ ਮਾਸਟਰ ਤਾਰਾ ਸਿੰਘ ਵਰਗੇ ਬੜੇ ਵੱਡੇ ਲੀਡਰ, ਮੈਂ ਹੁਣ ਨਾਂ ਕੀ ਲਵਾਂ, ਹਿਸਟਰੀ 'ਚ ਸਾਰਿਆਂ ਨੂੰ ਪਤਾ ਏ, ਪਰ ਅੱਜ ਉਹਨਾਂ ਨੇ ਬਾਹਰ ਮਿਲੇ ਤੱਕ ਨਹੀਂ। ਕਿਉਂ? ਕਿਉਂਕਿ ਏਜੰਡਾ ਗਲਤ ਆ। ਜਿਹੜੇ ਇਸ਼ੂ ਵਾਸਤੇ ਉਹ ਗਏ ਹੈ, ਤੁਸੀਂ ਤਾਂ ਉਸ ਇਸ਼ੂ ਦੇ ਨਾਲ ਸਹਿਮਤ ਹੀ ਨਹੀਂ। ਤੁਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ, ਮੈਂ ਉਸ ਤੇ ਆਉਣਾ ਨਾ ਵੀ ਮੇਰੀ ਉਹਨਾਂ ਦੇ ਨਾਲ ਅੱਜ ਵੀ ਮੇਰੀ ਭਾਵਨਾ ਹੈ, ਕਿਉਂਕਿ ਉਹ ਇੱਕ ਪੰਜਾਬੀ ਨੇ, ਗੁਰੂ ਦੇ ਸਿੱਖ ਨੇ। ਪਰ ਜਿਹੜੀ ਹੁਣ ਤੁਸੀਂ ਗੱਲ ਕਹੀ ਵੀ ਗਿਰਾਵਟ ਕਿਵੇਂ ਆਉਂਦੀ ਆ, ਮੈਂ ਉਸ ਤੇ ਵੀ ਆਉਣਾ। ਗਿਰਾਵਟ ਕਿਵੇਂ ਆਉਂਦੀ ਆ? ਜਿਹੜੀ ਵੀ ਐਸਜੀਪੀਸੀ ਦੀ ਗੋਲਕ 'ਚ ਗਰੀਬ ਜਾਂ ਜਿੰਨਾ ਵੀ ਪੈਸਾ ਜਾਂਦਾ, ਉਹ ਪੈਸਾ ਕਿਸ ਲਈ ਵਰਤਿਆ ਜਾਂਦਾ ਬਈ? ਭਾਈ ਬੜਿਆਂ ਤੋਂ ਵੱਡੇ ਜਿਹੜੇ ਐਸਜੀਪੀਸੀ ਮੈਂਬਰ ਨੇ, ਪ੍ਰਬੰਧਕ ਨੇ, ਉਹਨਾਂ ਦੇ ਕਰੋੜਾਂ ਰੁਪਏ ਗੱਡੀਆਂ, ਡੀਜ਼ਲ, ਪੈਟਰੋਲ ਖਰਚ, ਜਿੰਨੀਆਂ ਐਸਜੀਪੀਸੀ ਦੀਆਂ ਜ਼ਮੀਨਾਂ ਨੇ ਉਹ ਸਾਰੇ ਪੋਲੀਟੀਕਲ ਬੰਦਿਆਂ ਨੂੰ ਦਿੱਤੀਆਂ ਹੋਈਆਂ ਏ। ਉਹ ਲੋਕ ਦੇਖਦੇ ਨਹੀਂਗੇ। ਜਿੰਨੇ ਵੀ ਗੁਰਦੁਆਰੇ ਨੇ ਜਿੱਥੇ ਕਾਰ ਸੇਵਾ ਹੁੰਦੀ ਆ, ਤੁਸੀਂ ਕਹੋਗੇ ਇਲਜ਼ਾਮ ਨੇ, ਜਿੰਨੇ ਵੀ ਗੁਰਦੁਆਰਿਆਂ ਦੀ ਕਾਰ ਸੇਵਾ ਹੈ ਉਹ 'ਚ ਕਰੋੜਾਂ ਰੁਪਈਆ ਐਸਜੀਪੀਸੀ ਲੈਣ ਦੇਣ ਕਰਦੀ ਆ। ਜਿੰਨਾ ਐਸਜੀਪੀਸੀ ਮੈਂਬਰਾਂ ਨੂੰ ਕੱਲੇ ਨੂੰ ਗੁਰਦੁਆਰਾ ਸਾਂਭਿਆ ਹੋਇਆ, ਭਾਈ ਵੀ ਇੱਥੇ ਦੀ ਲੰਗਰ ਦੀ, ਇੱਥੇ ਦੀ ਕੜਾਹ ਪ੍ਰਸ਼ਾਦ ਇਹ ਤੇਰੇ ਕੋਲ ਆ, ਤੂੰ ਇਹ ਗੁਰਦੁਆਰਾ ਦੇਖ, ਲੱਖਾਂ ਕਰੋੜਾਂ ਦਾ ਉਹਦੇ ਵਿੱਚ ਘਪਲਾ ਹੁੰਦਾ ਏ। ਕਿਉਂ ਨਹੀਂ? ਪੰਥ ਦੂਰ ਕਿਵੇਂ ਨਾ ਹੋਵੇ ਭਾਈ? ਤੁਸੀਂ ਕਿਹੜੀ ਯੂਨੀਵਰਸਿਟੀ, ਕਿਹੜਾ ਸਕੂਲ, ਕਿਹੜੇ ਕਾਲਜ ਖੋਲੇ ਆ ਜਿਹੜੇ ਕੀ ਧਰਮ ਨਾਲ ਜੋੜਨ ਦੀ ਗੱਲ ਕੀਤੀ ਆ? ਮੈਨੂੰ ਇਹ ਗੱਲ ਪਹਿਲਾਂ ਦੱਸੋ। ਦੂਜੀ ਗੱਲ, ਜਿਹੜਿਆਂ ਦੀ ਤੁਸੀਂ ਬੰਦਿਆਂ ਦੀ ਗੱਲ ਕੀਤੀ ਆ, ਦੇਖੋ ਇਹ ਬੰਦੇ ਉਹ ਨੇ 26 ਜਨਵਰੀ 15 ਅਗਸਤ 2 ਦਿਹਾੜੇ ਲਾ ਲਓ, ਬਾਕੀ ਜਿਹੜੇ ਸਭ ਤੋਂ ਵੱਡੇ ਸਾਡੇ ਦੇਸ਼ ਦੇ ਆ 15 ਅਗਸਤ ਆਉਣ ਵਾਲੀ ਆ। ਇਹ ਹਰ ਰੇਲਵੇ ਸਟੇਸ਼ਨ ਤੇ, ਹਰ ਬੱਸ ਸਟੈਂਡ ਤੇ, ਏਅਰਪੋਰਟ ਤੇ, ਜਿੰਨੀਆਂ ਵੀ ਸਰਕਾਰੀ ਬਿਲਡਿੰਗਾਂ ਇੰਪੋਰਟੈਂਟ, ਉਹਦੇ ਉੱਤੇ ਸਭ ਤੋਂ ਵੱਡੇ ਚੋਰਾਂ ਦੀ, ਜੇਬ ਕਤਰਿਆਂ ਦੀ, ਸਭ ਤੋਂ ਵੱਡੇ ਟੈਰਰਿਸਟਾਂ ਦੀ ਉਹਨਾਂ ਦੀਆਂ ਫੋਟੋਆਂ ਲੱਗਦੀਆਂ ਨੇ ਵੀ ਇਹਨਾਂ ਤੇ ਇੰਨੇ ਲੱਖ ਨਾਮ ਆ, ਇਹ ਤੇ ਇੰਨਾ ਲੱਖ ਆ, ਫਲਾਨਾ ਜੇਬ। ਹੁਣ ਇਹ 13 ਦੇ 13 ਬੰਦਿਆਂ ਦੀਆਂ ਉਹ ਫੋਟੋਆਂ 26 ਜਨਵਰੀ 15 ਅਗਸਤ ਨੂੰ ਇਹ ਹਰ ਜਗ੍ਹਾ ਲੱਗਦੀਆਂ ਫੋਟੋਆਂ ਵੀ। ਇਹ ਮੋਸਟ ਖਤਰਨਾਕ ਬੰਦੇ ਆ। ਉਹਨਾਂ ਦੀ ਰਿਹਾਈ ਲਈ ਤੁਸੀਂ ਲੇਲੜੀਆਂ ਕੱਢ ਰਹੇ ਹੋ,
ਉਹ ਕੋਈ ਕਾਨੂੰਨ ਦੀ ਤਾਕਤ, ਕਾਨੂੰਨ ਆ ਨਾ ਜੇ ਮੰਨਦੇ ਹੋ, ਉਹਨਾਂ ਨੇ ਉਹਨੂੰ ਸਜ਼ਾ ਦਿੱਤੀਆਂ, ਕੋਈ ਛੱਡ ਹੀ ਨਹੀਂ ਸਕਦਾ। ਮੇਰੇ ਤੋਂ ਲਿਖ ਕੇ ਲਿਖਾ ਲਓ, ਲਿਖ ਕੇ ਮੈਂ ਦੇ ਦੇਣਾ। ਤੁਸੀਂ ਕੀ ਚਾਹੁੰਦੇ ਹੋ? ਭਾਈ ਰਾਜੋਆਣਾ, ਭਾਈ ਹਵਾਰਾ, ਰਵਨੀਤ ਬਿੱਟੂ ਦਾ ਦਿਲ ਕੀ ਚਾਹੁੰਦਾ ਹੈ? ਰਾਜੀਵ ਗਾਂਧੀ ਦੇ ਕਾਤਲ ਬਾਹਰ ਆ ਗਏ ਹੈ? ਨਹੀਂ ਆਏ, ਗਲਤ ਗੱਲ ਹੈ, ਬਿਲਕੁਲ ਨਹੀਂ ਆਇਆ ਕੋਈ, ਬਿਲਕੁਲ ਨਹੀਂ ਆਇਆ। ਨਾਲੇ ਜੇ ਉਹਨਾਂ ਨੇ ਜਿਹੜੀ ਸੋਨੀਆ ਗਾਂਧੀ, ਚਲੋ ਬਹੁਤ ਕੁਝ ਪਿਆ ਇਤਿਹਾਸ ਦੇ ਵਿੱਚ ਭਾਈ, ਬਹੁਤ ਸਾਰੇ ਐਸੀਆਂ ਐਗਜ਼ਾਮਪਲਸ ਨੇ ਜਿਹੜੇ ਬੰਦੇ ਬਾਰੇ। ਤੁਹਾਡਾ ਓਪੀਨੀਅਨ ਕੀ ਹੈ? ਤੁਹਾਡਾ ਦਿਲ ਕੀ ਕਹਿੰਦਾ ਹੈ? ਮੈਂ ਦੇਖੋ, ਪਹਿਲਾਂ ਤਾਂ ਮੈਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਦੱਸ ਦੇਣ, ਜਾਂ ਮੈਨੂੰ ਸਿੱਖ ਪੰਥ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਉਹ ਦੱਸ ਦੇਣ। ਜਦੋਂ ਸਾਰਾ ਖਾਲਸਾ ਪੰਥ ਇਕੱਠਾ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਜਦੋਂ ਲੱਖਾਂ ਦਾ ਇਕੱਠ ਸਰਬੱਤ ਖਾਲਸਾ ਹੋਈ, ਉੱਥੇ ਅਨਾਉਂਸ ਇਹ ਹੋਇਆ ਵੀ ਅੱਜ ਤੋਂ ਬਾਅਦ ਜਥੇਦਾਰ ਕੌਣ ਆ? ਜਗਤਾਰ ਸਿੰਘ ਹਵਾਰਾ। ਫਲਾਣੇ ਤਖਤ ਦਾ ਜਥੇਦਾਰ ਮੰਡ, ਫਲਾਣੇ ਸਾਹਿਬ ਦਾ ਦਾਦੂਵਾਲ, ਫਲਾਣੇ ਸਾਹਿਬ ਦਾ ਦੂਜਾ। ਪਹਿਲਾਂ ਇਹ ਦੱਸੋ ਜਥੇਦਾਰ ਸਾਹਿਬ ਵੀ ਤੁਸੀਂ ਅਸਲੀ ਜਥੇਦਾਰ ਹੋ ਜਾਂ ਹਵਾਰਾ ਜਥੇਦਾਰ ਆ? ਇਹ ਪਹਿਲਾਂ ਪੰਥ ਨੂੰ ਸੁਖਬੀਰ ਸਿੰਘ ਬਾਦਲ ਤੇ ਇਹ ਦੱਸਣ ਵੀ ਕਿਹਨੂੰ ਜਥੇਦਾਰ ਮੰਨਦੇ ਹੋ ਤੁਸੀਂ। ਇਹ ਜਥੇਦਾਰ ਨੇ ਜਾਂ ਜਿਨ੍ਹਾਂ ਦੀਆਂ ਤੁਸੀਂ ਅੱਜ ਰਿਹਾਈਆਂ ਮੰਗ ਰਹੇ ਹੋ, ਉਹ ਜਥੇਦਾਰ ਨੇ? ਮੇਰਾ ਬੜਾ ਸਿੰਪਲ ਸਵਾਲ ਹੈ, ਰਵਨੀਤ ਬਿੱਟੂ ਦਾ ਦਿਲ ਕੀ ਕਹਿੰਦਾ ਹੈ? ਮੈਂ ਕਿਹਾ ਰਵਨੀਤ ਬਿੱਟੂ ਨੇ ਆਪਦੇ ਦਾਦਾ ਗਵਾਏ ਨੇ। ਰਵਨੀਤ ਬਿੱਟੂ ਅੱਜ ਇੰਨੇ ਸਾਲਾਂ ਤੋਂ ਬਾਅਦ ਕੀ ਮਹਿਸੂਸ ਕਰਦੇ ਆ, ਚਾਹੇ ਉਹ ਭਾਈ ਹਵਾਰਾ ਹੋਣ, ਚਾਹੇ ਭਾਈ ਰਾਜੋਆਣਾ ਹੋਣ? ਦੇਖੋ, ਮੇਰੇ 'ਚ ਜਿੰਨਾ ਚਿਰ ਸਾਹ ਹੈ ਤੇ ਕਾਨੂੰਨ ਆ, ਪ੍ਰੈਜ਼ੀਡੈਂਟ ਛੱਡ ਦੇਣ, ਉਹ ਤੇ ਮੇਰਾ, ਉਹ ਮੈਂ ਕਾਨੂੰਨ ਨੂੰ ਮੰਨੂਗਾ। ਪਰ ਜਿੰਨਾ ਚਿਰ ਮੇਰੇ 'ਚ ਦਮ ਆ, ਮੈਂ ਪੂਰੀ ਬਾਹ ਲਾਊਂਗਾ ਵੀ ਇਹ ਬਾਹਰ ਇੱਕ ਦਿਨ ਤੱਕ ਹੀ, ਇੱਕ ਸਕਿੰਟ ਲਈ ਨਾ ਆ ਸਕਣ। ਕਿਉਂ? ਮੇਰੇ ਮੂਹਰੇ ਆ ਤਸਵੀਰਾਂ ਜਿਹੜੀਆਂ ਜਦੋਂ ਮੈਂ ਦੇਖਦਾ ਨਾ, ਆ ਤਸਵੀਰਾਂ ਨੇ ਜਿਹੜੀਆਂ ਲੋਕ ਨਿਹੱਤੇ, ਇਹਨਾਂ ਨੇ ਆ ਤਸਵੀਰਾਂ ਨੇ ਸੈਕਟਰੀਏਟ ਦੀਆਂ, ਆ ਲਾਸ਼ਾਂ ਦੇਖੋ ਕਿਵੇਂ ਪਈਆਂ। ਇਹ ਕਿਸ ਦੇ ਪੁੱਤ ਨਹੀਂ ਸੀ? ਇਹ ਜਥੇਦਾਰ ਸਾਹਿਬ ਨੂੰ ਜਾਂ ਦਿਖਦੇ ਨਹੀਂ ਗਏ? ਇਹ ਕਿਸ ਦੇ ਪੁੱਤ ਨਹੀਂ ਸੀ? ਇਹ ਸੈਕਟਰੀਏਟ 'ਚ ਆ ਲਾਸ਼ਾਂ ਜਿਹੜੀਆਂ ਪਈਆਂ, ਇਹ ਕੌਣ ਸੀ? ਇਹਨਾਂ ਨੂੰ ਮਾਰਨ ਵਾਲਿਆਂ ਨੂੰ ਮੈਂ ਬਾਹਰ ਆਉਣ ਦੇ ਦੇਵਾਂ। ਆ ਦ੍ਰਿਸ਼ ਸੀ ਸੈਕਟਰੀਏਟ ਦੇ। ਮੈਂ ਸਰਦਾਰ ਬੇਅੰਤ ਸਿੰਘ ਦੀ ਗੱਲ ਹੀ ਨਹੀਂ ਕਰਦਾ, ਉਹਨਾਂ ਦੀ ਕੋਈ ਪਰਵਾਹ ਨਹੀਂ। ਉਹ ਕਹਿੰਦੇ ਸੀ ਵੀ ਮੈਂ ਤਾਂ ਇਹਨਾਂ ਨੂੰ ਖਤਮ ਕਰਨਾ, ਟੈਰਰਿਜ਼ਮ ਨੂੰ, ਅਮਨ ਸ਼ਾਂਤੀ ਲਿਆਉਣੀ ਹੈ। ਕੌਮ ਇਹਨਾਂ ਨੂੰ ਕੌਮ ਦੇ ਰਾਖੇ ਕਿਉਂ ਕਹਿੰਦੀ ਹੈ? ਕੌਮ ਇਹਨਾਂ ਨੂੰ ਕਿਉਂ, ਕਿਹੜੀ ਕੌਮ ਇਹਨਾਂ ਦੀ ਇੱਜ਼ਤ ਕਰਦੀ ਹੈ? 25,000 ਤੋਂ ਵੱਧ ਉਹ ਕਹਿੰਦੇ ਸਿੰਘ ਜਿਹੜੇ ਉਸ ਕਾਲ 'ਚ ਮਾਰੇ ਗਏ। ਭਾਈ ਜਸਵੰਤ ਸਿੰਘ ਖਾਲੜਾ ਨੇ ਜੋ ਆਵਾਜ਼ ਚੁੱਕੀ ਸੀ, ਕੀ ਤੁਸੀਂ ਉਹ ਤੋਂ ਮੁਨਕਰ ਹੁੰਨੇ ਹੋ? ਮੈਂ ਕਿਹਾ ਮੈਂ ਖਾਲੜਾ ਸਾਹਿਬ ਦੀ ਗੱਲ ਨੂੰ ਮੈਂ ਕੀ ਤਵੱਜੋ ਦਿੰਦਾ ਏ, ਪਰ ਮੇਰੀ ਗੱਲ ਸੁਣੋ ਵੀ ਅੱਜ ਜੇ ਜਥੇਦਾਰ ਸਾਹਿਬ ਜਾਂ ਸੁਖਬੀਰ ਸਿੰਘ ਬਾਦਲ ਨੇ, ਜਿਨ੍ਹਾਂ ਨੇ ਰਾਜੋਆਣੇ ਦੀ ਭੈਣ ਨੂੰ ਖੜਾ ਕੀਤਾ, ਲੋਕਾਂ ਨੇ ਸਭ ਤੋਂ ਥੱਲੇ ਜਿਹੜਾ ਕੈਂਡੀਡੇਟ ਆ ਉਹ 34,000 ਵੋਟਾਂ ਤੇ, ਡੈਮੋਕ੍ਰੇਸੀ ਤਾਂ ਚਲੋ ਉਹ ਹੋਈ, 2 ਤੋਂ 3,000 ਵੋਟ ਹਰ ਵਿਧਾਨ ਸਭਾ 'ਚ ਪਈ। ਉਹ ਭੈਣ ਨੇ ਬਥੇਰਾ ਕਿਹਾ, ਰਾਜੋਆਣੇ ਦੀ ਗੱਲ ਕੀਤੀ, ਬੰਦੀ ਸਿੱਖਾਂ ਦੀ ਗੱਲ ਕੀਤੀ, ਤੇ 2 ਤੋਂ 3,000 ਬੰਦੇ ਆ ਨਾ ਸਾਰੇ 9 ਵਿਧਾਨ ਸਭਾ 'ਚ, 34,000 ਬੰਦਾ ਟੋਟਲ। ਇੰਨੇ ਕੀ ਸਾਰੀ ਵਿਧਾਨ ਸਭਾ 'ਚ ਬਾਕੀ ਐਡ ਕਰ ਲਓ, ਕਿੰਨੇ ਕੁ ਬੰਦੇ ਨੇ? ਲੱਖ ਬੰਦਾ ਬਣਾ ਹੋਇਆ। ਤੇ ਜੇ ਤੁਸੀਂ 2 ਲੱਖ ਬੰਦਿਆਂ ਨੂੰ ਪੰਥ ਕਹਿੰਦੇ ਹੋ ਤਾਂ ਫਿਰ ਤਾਂ ਬੜੀ ਮਾੜੀ ਗੱਲ ਹੈ। ਇਹ ਤਾਂ ਇੰਡੀਕੇਸ਼ਨ ਸਾਹਮਣੇ ਆ ਗਿਆ ਵੀ ਜਿਹੜੇ ਬੰਦੀ ਸਿੱਖਾਂ ਲਈ ਵੋਟ ਮੰਗਣ ਖੜੇ, ਉਹ ਤਾਂ ਗਿਣਤੀ 'ਚ 4-5 ਲੱਖ ਨੇ, ਹਾਂ 3 ਕਰੋੜ ਆਬਾਦੀ 'ਚ। ਤੇ ਇਸ ਕਰਕੇ ਉਹ ਫਿਰ ਬਿੱਟੂ ਜੀ, ਇਸ ਹਿਸਾਬ ਨਾਲ ਤਾਂ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਤਾ ਲੋਕਾਂ ਨੇ ਉੱਥੇ। ਫਿਰ ਤੁਸੀਂ ਇਹ ਕਹੋਗੇ ਪਪੂਲਰ ਓਪੀਨੀਅਨ ਹੈ ਸੰਗਰੂਰ ਜ਼ਿਲ੍ਹੇ ਦਾ, ਸੰਗਰੂਰ ਕਨਸਟੀਟੂਐਂਸੀ ਦਾ, ਕਿ ਲੋਕ ਖਾਲਿਸਤਾਨ ਚਾਹੁੰਦੇ ਉੱਥੇ? ਉਹਨਾਂ ਨੇ ਇਸ ਵਾਰ ਬਿਲਕੁਲ ਖਾਲਿਸਤਾਨ ਦੇ ਨਾਂ ਤੇ ਵੋਟ ਹੀ ਨਹੀਂ ਮੰਗੀ। ਇਹ ਤੁਸੀਂ ਮੈਨੂੰ ਇੱਕ ਵੀ ਉਹਨਾਂ ਦਾ ਸਪੀਚ, ਪਰ ਉਹਨਾਂ ਦੀ ਗੱਲ ਨਾ ਛੇੜੋ। ਉਹ ਤਾਂ ਭਗਤ ਸਿੰਘ ਨੂੰ ਹੁਣ ਦੇਖੋ ਕੀ ਕੁਛ ਕਹੀ ਜਾਂਦੇ ਆ, ਉਹ ਤਾਂ ਲੋਕ ਵਿਚਾਰੇ ਪਛਤਾਉਂਦੇ ਆ ਜਿਹੜੀਆਂ ਵੋਟਾਂ ਪਾਤੀਆਂ। ਜਿਹੜੇ ਭਗਤ ਸਿੰਘ ਜੀ ਨੂੰ ਮਤਲਬ ਅੱਤਵਾਦੀ ਕਹੀ ਜਾਂਦੇ ਆ, ਉਹਨਾਂ ਦੀ ਗੱਲ ਆਪਾਂ ਨਾ ਹੀ ਛੇੜੀਏ। ਗੱਲ ਤਾਂ ਇਹਨਾਂ ਦੀ ਸੀ ਵੀ ਇਹਨਾਂ ਨੂੰ ਕਿੱਥੇ ਰੱਖਿਆ ਬੰਦੀ ਸਿੰਘਾਂ ਵਾਲੀ ਗੱਲ ਨੂੰ, ਜਿਹੜੇ ਇਹ 13-15 ਦੀ ਗੱਲ ਕਰਦੇ ਆ। ਉਹਨਾਂ ਦੀ ਭੈਣ ਜਿਹੜੀਆਂ ਚਿੱਠੀਆਂ ਰੋਜ਼ ਰਾਜੋਆਣੇ ਦੀਆਂ, ਹਵਾਰੇ ਦੀਆਂ, ਦੂਜੀਆਂ ਚਿੱਠੀਆਂ, ਉਹਨਾਂ ਲੋਕਾਂ ਨੇ ਹੱਲ ਕੀ ਕੀਤਾ? ਬੜੀਆਂ ਸਥਿਤੀਆਂ ਜਿਹੜੀਆਂ ਇਹ ਹੁਣ ਤੁਹਾਨੂੰ ਮੈਂ ਹੋਰ ਦੱਸ ਦਿੰਦਾ। ਜੇ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਗੱਲ ਕਰਦੇ ਤਾਂ ਲੋਕੇ ਸਹੁੰ ਚੱਕਦੇ ਪਾਰਲੀਮੈਂਟ 'ਚ, ਜਿੱਥੇ ਸਾਰੇ ਐਮਪੀਆਂ ਨੇ ਸਹੁੰ ਚੱਕੀ ਆ। ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਬਜ਼ੁਰਗ ਨੇ, ਪਰ ਸਹੁੰ ਤਾਂ ਸਹੁੰ ਹੈ, ਵੀਡੀਓ ਸਾਰਿਆਂ ਦੇ ਸਾਹਮਣੇ ਆਈ, ਡਿਜੀਟਲ ਜ਼ਮਾਨਾ ਹੈ। ਤੇ ਦੇਸ਼ ਦੀ ਸਹੁੰ ਖਾਦੀ ਨਾ, ਦੇਸ਼ ਦੀ ਸਹੁੰ ਚੱਕੀ। ਤੇ ਇਸ 'ਚ ਗਲਤ ਕੀ ਕੀਤਾ? ਨਹੀਂ ਲਾਉਂਦੇ ਖਾਲਿਸਤਾਨ ਦਾ ਨਾਰਾ, ਇਸ 'ਚ ਗਲਤ ਕੀ ਕੀਤਾ? ਫਿਰ ਖਾਲਿਸਤਾਨ ਕਿੱਥੇ ਗਿਆ? ਜਿਸ ਸੰਵਿਧਾਨ ਦੇ ਤਹਿਤ ਪਾਰਲੀਮੈਂਟ 'ਚ ਬੈਠਣਾ, ਸਹੁੰ ਤਾਂ ਉਹਦੀ ਚੁੱਕਣੀ ਸੀ। ਫਿਰ ਮੈਂ ਉਹੀ ਕਹਿਣਾ ਨਾ, ਉੱਥੇ ਜਾ ਕੇ ਖਾਲਿਸਤਾਨ ਦੀ ਸਹੁੰ ਕਿਵੇਂ ਚੁੱਕ ਸਕਦੇ? ਮੈਂ ਕਿਹਾ ਖਾਲਿਸਤਾਨ ਦਾ ਨਾਰਾ ਹੀ ਲਾ ਦਿੰਦੇ।
ਤੇ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਹਿਸਟਰੀ ਰਿਪੀਟ ਹੋਵੇ? ਫਿਰ ਤੁਸੀਂ ਰਵਨੀਤ ਬਿੱਟੂ ਕਹਿੰਦੇ ਕਿ ਦੇਖੋ ਸਿਮਰਨਜੀਤ ਮਾਨ ਗਏ ਫਿਰ ਉਹੀ ਕੁਝ ਕਰਕੇ ਵਾਪਸ ਆ ਗਏ। ਮੈਂ ਤਾਂ ਤੁਹਾਨੂੰ ਇਹੀ ਸਮਝਾਉਣਾ ਚਾਹੁੰਦਾ ਵੀ ਇਹ ਅੰਦਰਲੀਆਂ ਗੱਲਾਂ ਹੋਰ ਨੇ, ਬਾਹਰਲੀਆਂ ਗੱਲਾਂ ਹੋਰ ਨੇ। ਕੀ ਨੇ ਅੰਦਰਲੀਆਂ ਗੱਲਾਂ, ਕੀ ਨੇ? ਜੋ ਦੇਸ਼ ਦੀ ਸਹੁੰ ਚੱਕਿਆ ਏ, ਉਹਨਾਂ ਦੇ ਐਨਕਾਊਂਟਰ ਦੀਆਂ ਗੱਲਾਂ ਹੁਣ ਤੁਹਾਡੇ ਸਾਹਮਣੇ ਆ ਰਹੀਆਂ। ਹਜੇ ਕੋਈ ਭੁਲੇਖਾ ਰਹਿ ਗਿਆ? ਹਜੇ ਕੋਈ ਭੁਲੇਖਾ ਰਹਿ ਗਿਆ? ਪਰ ਉਸੇ ਸੰਵਿਧਾਨ ਦੇ ਤਹਿਤ ਹੀ ਉਹ ਕਹਿੰਦੇ ਉਦੋਂ ਜੇ ਡੀਸੀ ਨੇ ਹੁਕਮ ਕੀਤਾ ਤੇ ਐਨਕਾਊਂਟਰ ਹੋਇਆ ਉਦੋਂ। ਮੈਂ ਮੰਨਦਾ ਉਹੀ IPS ਰਹੇ ਨੇ, ਉਹੀ SSP DIG ਇਸ ਦੇਸ਼ ਦੇ ਸੰਵਿਧਾਨ ਥੱਲੇ ਰਹੇ ਨੇ। ਉਸੇ ਤਰੀਕੇ ਨਾਲ ਐਨਕਾਊਂਟਰ ਜਿਵੇਂ ਬਾਕੀ ਪੁਲਿਸ ਨੂੰ ਕਹਿੰਦੇ ਆ ਕਰਦੀ, ਉਹ ਕਰਦੇ ਰਹੇ ਨੇ। ਸਮਝੋ ਇਦੋਂ ਵੱਧ ਹੁਣ ਹੋਰ ਉਹਨਾਂ ਦਾ ਕੀ ਲੋਕਾਂ ਦੇ ਮੂਹਰੇ ਆ ਗਿਆ। ਤੁਹਾਨੂੰ ਇਸ ਬਿਆਨ ਤੇ ਕੀ ਲੱਗਦਾ ਜਿੱਥੇ ਉਹ ਕਹਿੰਦੇ ਆ ਕਿ ਮੇਰੇ ਨਾਨਾ ਜੀ ਨੇ ਦਰਬਾਰ ਸਾਹਿਬ ਬਚਾਉਣ ਖਾਤਰ ਉਹ ਸਰੋਪਾ ਪਾਇਆ ਸੀਗਾ ਜਨਰਲ ਡਾਇਰ ਨੂੰ? ਉਹ ਕਹਿੰਦੇ ਕਿ ਇੰਦਰਾ ਗਾਂਧੀ ਨੂੰ ਵੀ ਜੇ ਸਰੋਪਾ ਪਾ ਦਿੰਦੇ ਜਾਂ ਬਾਦਲ ਤੇ ਟੌੜਾ ਸਾਹਿਬ ਜਾ ਕੇ ਮਨਾ ਲੈਂਦੇ ਤਾਂ ਸ਼ਾਇਦ 84 ਨਾ ਵਾਪਰਦਾ। ਮੇਰੀ ਬੇਨਤੀ ਹੱਥ ਜੋੜ ਕੇ, ਉਹਨਾਂ ਦੀ ਉਮਰ ਦਾ ਤਜ਼ਾਰ ਦੇਖ ਕੇ, ਉਹਨਾਂ ਦੀਆਂ ਜਿਹੜੀਆਂ ਗੱਲਾਂ ਇਸ ਵੇਲੇ ਨੇ ਉਹਨੂੰ ਟਕਾਈ ਰੱਖੀਏ, ਚੰਗਾ ਏ। ਨਹੀਂ, ਕਿਸੇ ਨੇ ਇਹ ਕਮੈਂਟ ਲਿਖਿਆ ਮੈਂ ਪੜ੍ਹ ਕੇ ਵੀ ਜੇ ਅੱਜ ਭਗਤ ਸਿੰਘ ਤੇ ਊਧਮ ਸਿੰਘ 'ਚ ਫਰਕ ਪਾਤਾ, ਕੱਲ੍ਹ ਨੂੰ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਤੁਸੀਂ ਫਰਕ ਨਾ ਪਾ ਦਿਓ ਰੱਬ ਦੇ ਵਾਸਤੇ। ਇਹਨਾਂ ਦੀਆਂ ਗੱਲਾਂ, ਇਹ ਪਤਾ ਨਹੀਂ ਕਿੰਨੇ ਇਹ ਟੌਰਚਰ ਹੋਏ ਨੇ ਜਦੋਂ ਟੈਰਰਿਜ਼ਮ 'ਚ, ਜਾਂ ਇਹਨਾਂ ਨੇ ਕੀ ਕੁਛ ਕੀਤਾ ਹੋਇਆ ਰੱਬ ਜਾਣੇ। ਇਹ ਮੁਲਕ 'ਚ ਸਧਾਰਨ ਗੱਲਾਂ ਨਹੀਂ ਗਈਆਂ। ਭਗਤ ਸਿੰਘ ਯਾਰ, ਆਪਾਂ ਅੱਜ ਤੱਕ ਪੜ੍ਹਦੇ ਲਿਖਦੇ 23 ਸਾਲ ਦਾ, ਇਹ ਕਿਹੜਾ ਸੈਂਕੜੇ ਸਾਲ ਪੁਰਾਣੀਆਂ ਗੱਲਾਂ, ਇਹ ਤਾਂ ਹੁਣ ਦੀਆਂ ਗੱਲਾਂ ਜਦੋਂ ਕੁਰਬਾਨੀ ਦੇ ਗਏ। ਅੱਜ ਉੱਤੇ ਸਵਾਲ ਖੜਾ ਕਰਤਾ ਇਸ ਸ਼ਖਸ ਨੇ। ਇਸ ਕਰਕੇ ਮਾਨ ਸਾਹਿਬ ਦੀ ਮੈਂ ਸਮਝਦਾ ਵੀ ਬਾਕੀਆਂ ਨੂੰ ਠੰਡਾ ਕਰਨ ਦੀ ਗੱਲ ਕਰਦੇ ਆ। ਮੈਨੂੰ ਲੱਗਦਾ ਇਹਨਾਂ ਨੂੰ ਠੰਡਾ ਕਰਨਾ ਪੈਣਾ ਏ। ਇਹਨਾਂ ਦੇ ਗਲ 'ਚ ਠੰਡੀ ਕੋਈ ਬਰਫ਼ ਦੇ ਹਾਰ ਹੂਰ ਪਾਉਣੇ ਚਾਹੀਦੇ ਆ ਵੀ ਬਸ ਭਾਈ ਮੀਡੀਆ ਵਾਲਿਆਂ ਨੂੰ ਵੀ ਮਾੜਾ ਜਿਹਾ ਕੁਛ ਦਿਨ ਇਹਨਾਂ ਨੂੰ ਸ਼ਾਂਤੀ ਦੇ ਦੇਣ। ਕੁਛ ਤੇਰੇ ਨਹੀਂ ਮਤਲਬ ਇਹੋ ਜਿਹੀਆਂ ਗੱਲਾਂ, ਚੁਣੇ ਹੋਏ ਨੁਮਾਇੰਦੇ ਨੇ, ਜਿਹੋ ਜੇ ਤੁਸੀਂ MP ਉਹੋ ਜੇ ਉਹ MP। ਤੁਹਾਡੀ ਗੱਲ ਸਿਰ ਮੱਥੇ ਤਾਂ ਉਹਨਾਂ ਦੀ ਗੱਲ ਵੀ ਸਿਰ ਮੱਥੇ। ਇਹੀ ਤਾਂ ਪੰਗਾ ਪੈ ਗਿਆ। ਉਹਦੇ ਲੋਕਤੰਤਰ ਡੈਮੋਕ੍ਰੇਸੀ 'ਚ ਇੰਨਾ ਕੁ ਲੋਕ ਮਤਲਬ ਯਾਰ ਅਗਲੀਆਂ ਪੀੜ੍ਹੀਆਂ ਕੀ ਪੜ੍ਹਨਗੀਆਂ ਸਾਡੇ ਭਗਤ ਸਿੰਘ ਬਾਰੇ? ਮੈਂ ਤਾਂ ਉਹਨਾਂ ਨੂੰ ਵੀ ਉਹਨਾਂ ਦੇ ਬੁੱਤ ਤੇ ਕੁਛ ਲਿਖ ਦਿੱਤਾ ਗਿਆ ਇੱਕ ਜਗ੍ਹਾ ਤੇ। ਕੀ ਆਪਾਂ ਕਰਨ ਲੱਗੇ ਹੋਏ ਆ? ਖਾਲਿਸਤਾਨ ਜ਼ਿੰਦਾਬਾਦ ਲਿਖਿਆ ਗਿਆ। ਮੈਂ ਇਹੀ ਕਹਿਣਾ ਨਾ ਵੀ ਲੋਕ ਅੱਜ ਸੰਗਰੂਰ ਦੇ ਇਹੀ ਪਛਤਾਉਂਦੇ ਰਹਿੰਦੇ ਆ ਦੁਬਾਰਾ ਵੀ ਯਾਰ ਕਿਹਨੂੰ ਜਿਤਾ ਦਿੰਨੇ ਆ, ਕਿਹਨੂੰ ਜਿਤਾ ਦਿੰਨੇ ਆ, ਜਿਹੜਾ ਮੁੜ ਕੇ ਸਾਨੂੰ ਬੋਝ ਲੱਗਣ ਲੱਗ ਜਾਂਦਾ। ਸੰਗਰੂਰ 'ਚ ਹਰ ਘਰ 'ਚ ਭਗਤ ਸਿੰਘ ਜੀ ਦੀ ਫੋਟੋ ਆ, ਮਤਲਬ ਹਰ ਬੰਦਾ ਲਈ ਉਹ ਆਈਕਨ ਨੇ। ਉਹਨਾਂ ਨੂੰ ਦੱਸੋ ਤੇ ਫਿਰ ਉਹਨੂੰ ਡਿਫੈਂਡ ਕਰੀ ਜਾਂਦੇ ਆ, ਗੱਲ ਨੂੰ ਡਿਫੈਂਡ ਕਰੀ ਜਾਂਦੇ ਆ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਆਪਣਾ ਗਵਾਂਢੀ ਦੇਸ਼ ਪਾਕਿਸਤਾਨ, ਉਹਦਾ ਫੌਜੀ ਬਾਹਰ ਖੜਾ ਪਾਕਿਸਤਾਨ ਦਾ, ਆਪਣਾ ਹਿੰਦੁਸਤਾਨ ਦਾ ਬਾਰਡਰ ਤੇ ਖੜਾ ਹੈ, ਫਾਇਰਿੰਗ ਹੋ ਜਾਂਦੀ ਹੈ। ਆਪਾਂ ਉਹ ਦੁਸ਼ਮਣ ਆਪਣੇ ਲਈ ਨਾ, ਆਪਾਂ ਉਹਨੂੰ ਮਾਰਦੇ ਆ, ਪਾਕਿਸਤਾਨ ਲਈ ਉਹ ਸ਼ਹੀਦ ਆ, ਮਾਰਿਆ ਆਪਾਂ ਏ। ਜੇ ਉਹ ਸਾਡੇ ਸਿਪਾਹੀ ਨੂੰ ਮਾਰ ਦਿੰਦੇ ਆ ਤੇ ਅਸੀਂ ਇੱਥੇ ਤਿਰੰਗੇ ਨਾਲ ਉਹਦਾ ਸਨਮਾਨ ਕਰਦੇ ਆ ਵੀ ਉਹ ਸਾਡੇ ਲਈ ਸ਼ਹੀਦ ਆ, ਉਹਨਾਂ ਲਈ ਦੁਸ਼ਮਣ ਆ। ਇਸ ਕਰਕੇ ਇਸ ਗੱਲ ਨੂੰ ਮਤਲਬ, ਪਰ ਸਾਡੀ ਸਰਕਾਰ ਨੇ ਤਾਂ ਅੱਜ ਤੱਕ ਸ਼ਹੀਦ ਦਾ ਦਰਜਾ ਹੀ ਨਹੀਂ ਦਿੱਤਾ। ਨਹੀਂ, ਸ਼ਹੀਦ ਤੋਂ ਉੱਤੇ ਆ ਜੀ ਉਹ ਸਰਕਾਰਾਂ ਦੇ ਦਰਜੇ, ਉਹ ਸ਼ਹੀਦ ਆਜ਼ਮ ਆ। ਉਹਦੀ ਪਾਰਲੀਮੈਂਟ ਤੁਸੀਂ ਆ ਕੇ ਦੇਖੋ, ਕਿਸੇ ਦਾ ਉੱਡਾ ਮਤਲਬ ਉਸ ਦਾ ਬੁੱਤ ਹੀ ਨਹੀਂਗਾ ਜਿੱਡਾ ਵੱਡਾ ਪਾਰਲੀਮੈਂਟ 'ਚ ਜਿਹੜੇ ਉਹਨੂੰ ਨਤਮਸਤਕ ਹੋ ਕੇ ਰੋਜ਼ ਜਾਂਦੇ ਆ। ਉਹਦੇ ਲਈ ਸ਼ਹੀਦ ਦਾ ਦਰਜਾ ਤਾਂ ਲੱਖਾਂ ਹੋ ਸਕਦੇ ਆ ਜੇ ਆਪਾਂ ਨਾਂ ਦਈਏ, ਪਰ ਉਹ ਸ਼ਹੀਦ ਆਜ਼ਮ, ਉਹਦੇ ਦਿਨ ਮਨਾਏ ਜਾਂਦੇ ਆ। ਇਹੀ ਬਿਆਨ ਬਿੱਟੂ ਜੀ, ਉਹਦੇ ਹਰ ਫੋਟੋ ਜਿਹੜੀ ਆ ਉਹਨਾਂ ਦੀ ਹਰ ਬਿਲਡਿੰਗਾਂ 'ਚ ਲੱਗੀ ਆ, ਕਿਸੇ ਹੋਰ ਦੀ ਨਾ ਲੱਗ ਗਈ। ਖਾਲਿਸਤਾਨ ਦੇ ਸਵਾਲ ਤੇ ਜਥੇਦਾਰ ਅਕਾਲ ਤਖਤ ਦਾ ਪਿਛਲੇ ਸਾਲ 6 ਜੂਨ ਦਾ ਇਹ ਬਿਆਨ ਸੀਗਾ। ਉਹਨਾਂ ਨੇ ਕਿਹਾ ਕਿ ਜੇ ਸਾਨੂੰ ਦੇਣਗੇ ਤਾਂ ਅਸੀਂ ਲੈ ਲਾਂਗੇ ਖਾਲਿਸਤਾਨ। ਤੁਸੀਂ ਬਤੌਰ ਸਿੱਖ ਕੀ ਸੋਚਦੇ ਹੋ? ਇਹ ਜਥੇਦਾਰ ਜੀ ਖਾਲਿਸਤਾਨ ਦੀ ਗੱਲ ਕਿਉਂ ਕਰਦੇ ਹੋ? ਤੁਸੀਂ ਤਾਂ ਆਪ ਕੱਲ ਤੁਹਾਡੀ ਮਤਲਬ ਉਹ ਤੁਹਾਨੂੰ ਕੇਜਰੀਵਾਲ ਨੇ ਤੁਹਾਨੂੰ ਆਖੀਰ ਉਹਨੂੰ ਲਾਲਾ ਕਹਿਣਾ ਪੈ ਗਿਆ। ਦੇਖੋ, ਮੈਂ ਬਾਰ-ਬਾਰ ਕਈਆਂ ਤੋਂ ਸੁਣਿਆ ਵੀ ਇਹ ਕੀ ਕਹਿ ਰਹੇ ਆ ਫਰਸਟ੍ਰੇਸ਼ਨ 'ਚ ਜਥੇਦਾਰ। ਸਾਡੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਹਰ ਪੱਟ ਦੀ, ਹਰ ਜਾਤ ਦੀ, ਹਰ ਮਜ਼ਹਬ ਦੀ, ਹਰ ਦੀ ਬਾਣੀ ਦਰਜ ਆ, ਹਰ ਦੀ ਬਾਣੀ ਦਰਜ ਆ, ਹਰ ਦੀ ਜਾਤ ਬਰਾਦਰੀ ਤੋਂ ਉੱਤੇ ਉੱਠ ਕੇ ਵੀ ਇਹ ਪਾੜਾ ਨਾ ਪਵੇ, ਇਹ ਖੀਰ ਲਾਲਾ ਕਹਿਤਾ। ਉਹ ਜਥੇਦਾਰ ਸਾਹਿਬ ਸਾਡੇ ਹਿੰਦੂ ਸਿੱਖ 'ਚ ਫਰਕ ਪਾ ਰਹੇ ਹੋ ਰਹੇ ਪੰਜਾਬ 'ਚ। ਤੇ ਤੁਸੀਂ ਜਿਹੜੀ ਗੱਲ ਕਹੀ ਆ, ਜਥੇਦਾਰ ਜਿੰਨਾ ਚਿਰ ਜਥੇਦਾਰ ਬਾਦਲ ਦੀ ਜੇਬ 'ਚੋਂ ਨਿਕਲਣਗੇ, ਉਹ ਜਥੇਦਾਰ ਦੀ ਇੱਜ਼ਤ ਨਹੀਂ ਹੋਣੀ। ਇਹ ਜਥੇਦਾਰ ਸਾਹਿਬ ਆਪ ਇਹ ਗੱਲ ਕਹਿ ਕੇ ਚਲੇ ਜਾਣ ਵੀ ਸਾਡੇ ਹੁੰਦੇ ਭਾਈ ਕੋਈ ਫਾਇਦਾ ਨਹੀਂ ਹੋ ਰਿਹਾ, ਸਾਡੇ ਹੁੰਦੇ ਬਾਦਲਾਂ ਦਾ। ਜੇ ਹਿੰਮਤ ਆ, ਮੈਂ ਇਹੀ ਕਿਹਾ, ਜੇ ਹਿੰਮਤ ਆ ਸੱਦੋ ਸੁਖਬੀਰ ਸਿੰਘ ਬਾਦਲ ਨੂੰ ਵੀ ਭਾਈ ਤੂੰ ਕਿਵੇਂ ਅਕਾਲ ਤਖਤ ਸਾਹਿਬ ਦੇ ਤੋਂ ਇਹਨੂੰ ਮਾਫੀ ਦਵਾਈ,
ਜੇ ਜਾਨ ਆ ਜਥੇਦਾਰ ਸਾਹਿਬ 'ਚ, ਨਾ ਸਾਰਾ ਪੰਥ ਤੇ ਧਰਮ ਮਗਰ ਲੱਗ ਜੇ। ਸੱਦੋ ਪ੍ਰਕਾਸ਼ ਸਿੰਘ ਬਾਦਲ ਨੂੰ, ਹਰਸਿਮਰਤ ਕੌਰ ਬਾਦਲ ਨੂੰ, ਮਜੀਠੀਏ ਨੂੰ, ਵੀ ਤੁਸੀਂ ਚਿੱਟੇ ਮਗਰ ਲਾਤਾ ਸਾਰਾ ਪੰਜਾਬ। ਭੁੱਲਾ ਬਖਸ਼ਾ ਆਇਆ ਸੀ ਉਹ ਤਾਂ ਜਾ ਕੇ ਉੱਥੇ। ਮੈਂ ਕੋੜੇ ਤਾਂ ਨਹੀਂ ਵੱਜੇ, ਕੋੜੇ ਮਾਰਨੇ ਚਾਹੀਦੇ। ਉਹ ਤਾਂ ਜਥੇਦਾਰ ਸਾਹਿਬ ਦੇਖਣ। ਭੁੱਲਾਂ ਬਖਸ਼ਾ ਕੇ ਉਹਨਾਂ ਨੇ ਕੋਈ ਇਹ ਗੱਲ ਭੁੱਲ। ਇਹ ਰਵਨੀਤ ਬਿੱਟੂ ਮੰਗ ਕਰ ਰਹੇ ਆ ਜਥੇਦਾਰੇ ਇਹ ਹੁਕਮ ਦੇਣ ਕਿ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਕੋੜੇ ਮਾਰੇ ਜਾਣ। ਜਿੰਨੀ ਤੋਂ ਵੱਧ ਸਜ਼ਾ ਸਖਤ ਮਿਲੇ ਇਹਨਾਂ ਨੂੰ, ਉਨੀ ਘੱਟ ਆ। ਜਿਨ੍ਹਾਂ ਨੇ ਸਾਡੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਦੋਂ ਬਾਅਦ ਨਿਹੱਤੇ ਸਿੱਖ ਮਰਾਤੇ, ਤੇ ਉਦੋਂ ਬਾਅਦ ਫੇਰ ਹਜੇ ਗਾਣਾ ਗਾ ਰਹੇ ਆ ਜੰਤਰ ਮੰਤਰ ਦੇ ਪਾਤਸ਼ਾਹੀਆਂ। ਉਹ ਪਾਤਸ਼ਾਹੀਆਂ ਗੁਰੂ ਨੇ 5 ਵਾਰ ਤੁਹਾਨੂੰ ਮੁੱਖ ਮੰਤਰੀ, ਤੁਹਾਡਾ ਸਾਲਾ ਸਾਹਿਬ ਨੂੰ ਤੁਹਾਨੂੰ ਡਿਪਟੀ ਮੁੱਖ ਮੰਤਰੀ, ਤੁਹਾਡੇ ਜਵਾਈ ਸਾਹਿਬ ਨੂੰ ਮੰਤਰੀ, ਬੀਬੀ ਨੂੰ ਮੰਤਰੀ ਕੈਬਨਿਟ। ਤੁਸੀਂ ਪਾਤਸ਼ਾਹੀਆਂ ਤੁਹਾਨੂੰ ਰੱਬ ਪ੍ਰਮਾਤਮਾ ਬਖਸ਼ ਥੱਕ ਗਿਆ, ਪਰ ਤੁਸੀਂ ਪਾਪ ਤੇ ਪਾਪ ਕੀਤਾ। ਹੁਣ ਸਭ ਤੋਂ ਵੱਡਾ ਜਿਹੜੇ ਹਜ਼ਾਰਾਂ ਲੋਕਾਂ ਦੇ ਕਾਤਲ ਨੇ 13, ਉਹਨਾਂ ਦੀਆਂ ਫੋਟੋਆਂ ਲੈ ਕੇ ਉਹਨਾਂ ਦੀਆਂ ਹਰ ਗੁਰਦੁਆਰੇ 'ਚ, ਜਿੱਥੇ ਗੁਰੂ ਗ੍ਰੰਥ ਸਾਹਿਬ ਨੇ, ਤੁਸੀਂ ਇਹ ਚੋਰ ਲਟੇਰੇ ਚੱਕਿਆਂ ਦੀਆਂ ਫੋਟੋਆਂ ਲਾਉਣੀਆਂ। ਯਾਰ ਹੁਣ ਤੁਸੀਂ ਜ਼ੋਰ ਦੇ ਰਹੇ ਹੋ ਵੀ ਅਸੀਂ ਇਹ ਮੁੱਦਾ ਚੱਕਿਆ ਏ, ਤਾਂ ਜਥੇਦਾਰ ਸਾਹਿਬ ਗੁਰਦੁਆਰਾ ਸਾਹਿਬਾਂ ਤੇ ਲਾਓ ਫੋਟੋਆਂ। ਦੱਸੋ ਉਹ ਜਥੇਦਾਰ ਨੇ ਜਿਹੜੇ ਇਹਨਾਂ ਦੇ ਮੁੱਦੇ ਨੂੰ ਲੈ ਕੇ ਇਹ ਹੁਕਮ ਦੇ ਰਹੇ ਆ। ਮੈਨੂੰ ਦੱਸੋ, ਤੁਹਾਡਾ ਹੀ ਬੱਚਾ, ਮੇਰਾ ਕਿਸੇ ਦਾ ਵੀ ਬੱਚਾ ਕੱਲ ਨੂੰ ਜਾਊਗਾ ਗੁਰਦੁਆਰੇ, ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜਾ ਰਿਹਾ, ਕਹਿੰਦੇ ਪ੍ਰਾਈਮ ਲੋਕੇਸ਼ਨਾਂ ਦੇਖ ਕੇ ਫੋਟੋਆਂ ਲਾਓ ਉਹਨਾਂ ਦੀਆਂ। ਅਗਲਾ ਪੁੱਛੂਗਾ ਕੀ? ਪਹਿਲੀ ਗੱਲ ਇਹ ਆ ਵੀ ਅੱਜ ਆਜ਼ਾਦ ਭਾਰਤ 'ਚ 5 ਸਾਲ 10 ਸਾਲ 18 ਸਾਲ ਦਾ ਨੌਜਵਾਨ ਜਾਊਗਾ ਤੇ ਪੁੱਛੂਗਾ ਵੀ ਇਹ ਕਿਹਦੀਆਂ ਫੋਟੋਆਂ? ਉਹ ਕਹਿਣਗੇ ਜੀ ਇਹ ਉਹਦੀਆਂ ਫੋਟੋਆਂ ਜਿਹੜੇ AK-47 ਬੰਬਾਂ ਨਾਲ ਲੋਕਾਂ ਨੂੰ ਮਾਰਦੇ ਸੀ। ਚੰਗਾ ਮਾੜਾ ਭੁੱਲ ਜਾਓ। ਚਲੋ ਕਿਹਦੀ ਲੱਗਣੀ ਚਾਹੀਦੀ? KPS ਗਿੱਲ ਦੀ ਲੱਗਣੀ ਚਾਹੀਦੀ। ਮੈਂ ਕਹਿੰਦਾ ਗੁਰਦੁਆਰੇ 'ਚ ਕਿਉਂ ਲੱਗਣ ਫੋਟੋਆਂ? ਗੁਰੂ ਨੇ ਤਾਂ ਬਿਲਕੁਲ ਫੋਟੋ ਦੀ ਆਪਣੀ ਗੱਲ ਨਹੀਂ ਕੀਤੀ। ਇਹ ਇਹਨਾਂ ਦੀਆਂ ਭਾਈ ਜਟਾਣਾ ਦੀ ਤਸਵੀਰ ਤੋਂ ਤੁਹਾਨੂੰ ਪ੍ਰੋਬਲਮ ਹੋਈ, ਕਿਉਂ ਲੱਗੀ? ਮੈਂ ਕਹਿੰਦਾ ਮੈਨੂੰ 100% ਪ੍ਰੋਬਲਮ ਆ। ਚੱਲ ਫਿਰ ਵੀ ਉਹ ਮਿਊਜ਼ੀਅਮ 'ਚ ਲੱਗੀ ਆ। ਇਹ ਤਾਂ ਗੁਰਦੁਆਰਿਆਂ 'ਚ ਕਹਿਤਾ, ਗੁਰਦੁਆਰੇ ਪ੍ਰਾਈਮ ਲੋਕੇਸ਼ਨ। ਜੇ ਕਿਸੇ ਦਾ ਕੱਲ ਨੂੰ ਹਰ ਸਿੱਖ ਦਾ, ਕਿਸੇ ਹਿੰਦੂ ਦਾ, ਕਿਸੇ ਮੁਸਲਮਾਨ ਈਸਾਈ ਦਾ ਬੱਚਾ ਜਾਂਦਾ, ਉਹ ਕਹਿਣਗੇ ਇਹ ਕਹਿਣਗੇ ਜੀ ਇਹਨੇ ਬੰਬ ਚਲਾ ਕੇ ਫਲਾਨੀ ਬੱਸ 'ਚ 35 ਹਿੰਦੂ ਮਾਰਤੇ ਸੀ, ਸ਼ਹੀਦ ਕਰਤੇ ਸੀ। ਕਿਹਨੇ ਮਾਰੇ? ਜਿਹੜਾ ਹਵਾਰਾ ਏ, ਹਵਾਰੇ ਨੇ ਦਿੱਲੀ ਬਲਾਸਟ ਕੀਤਾ ਥੀਏਟਰ 'ਚ, ਲੁਧਿਆਣੇ ਬਲਾਸਟ ਕੀਤਾ ਥੀਏਟਰ 'ਚ। ਇਹ ਇੱਕ ਦੇ ਥੋੜੀ। ਮੈਂ ਤਾਂ ਹੀ ਕਿਹਾ ਵੀ ਸਰਦਾਰ ਬੇਅੰਤ ਸਿੰਘ ਦੀ ਗੱਲ ਛੱਡ ਦਿਓ। ਕੇਸ 'ਚੋਂ ਬਰੀ ਹੋ ਚੁੱਕਿਆ ਸ਼ਾਇਦ, ਤੁਹਾਡੇ ਇਸ ਗੱਲ ਦੀ ਮੈਂ ਇਨਫੋਰਮੇਸ਼ਨ ਦੇ ਦਿਆਂ। ਲੁਧਿਆਣਾ ਘੰਟਾ ਘਰ ਬਲਾਸਟ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ ਨੇ। ਬਰੀ ਤਾਂ ਵਿਚਾਰਾ ਕੋਈ ਗਰੀਬ ਆਦਮੀ ਸਾਡੇ ਵਰਗਾ ਮਤਲਬ ਮੂਹਰੇ ਟੱਕਰਿਆ ਨਹੀਂਗਾ। ਬਿੱਟੂ ਸਾਹਿਬ ਇੱਕ ਪਾਸੇ ਕਾਨੂੰਨ ਦੀ ਗੱਲ ਹੈ, ਦੂਜੇ ਪਾਸੇ ਮੈਂ ਤਾਂ ਤੱਥਾਂ ਦੀ ਗੱਲ ਕਰ ਰਿਹਾ ਤੁਹਾਡੇ ਨਾਲ। ਵਿਚਾਰਾ ਕੋਈ ਤਕਰੀਬਨ ਸਾਰੇ ਕੇਸਾਂ 'ਚੋਂ ਬਰੀ ਨੇ, ਕੱਲੇ ਇਸ ਕੇਸ ਦੇ ਵਿੱਚ ਬੇਅੰਤ ਸਿੰਘ ਮਾਮਲੇ ਦੇ ਵਿੱਚ ਸਿਰਫ ਉਹ ਲੜਾਈ ਇਸ ਕੇਸ 'ਚ ਲੜੀ ਆ। ਉਹ ਵਿਚਾਰੇ ਸਾਰੇ ਹੀ ਮਰ ਗਏ, ਉਹਨਾਂ ਦੇ ਪਿੱਛੋਂ ਕੋਈ ਲੜਾਈ ਲੜਨ ਵਾਲਾ ਨਹੀਂ ਸੀਗਾ। ਤੇ ਇਸ ਕੇਸ ਸਾਡੇ ਅਸੀਂ ਖੜੇ ਆ। ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਵੀ ਗੁਰਦੁਆਰਿਆਂ ਦੇ ਵਿੱਚ ਲੱਗਦੀਆਂ, ਤੁਹਾਨੂੰ ਉਹਦੇ ਤੋਂ ਵੀ ਦਿੱਕਤ? ਨਾ, ਮੈਂ ਉਸ ਕਦੇ ਕਿਹਾ ਹੀ ਨਹੀਂ। ਮੈਂ ਕਦੇ ਕਿਹਾ ਉਹਨਾਂ ਨੇ ਲੋਕ ਤਾਂ ਨਹੀਂ ਮਾਰੇ। ਸੰਤਾਂ ਨੂੰ ਤੁਹਾਡਾ ਓਪੀਨੀਅਨ ਸੰਤਾਂ ਪ੍ਰਤੀ ਕੀ ਹੈ? ਮੈਂ ਕਹਿੰਦਾ ਮੈਨੂੰ ਸਭ ਤੋਂ ਵੱਡੀ ਉਹਨਾਂ ਤੋਂ ਇੱਕੋ ਹੀ, ਮੈਂ ਕਦੇ ਉਹਨਾਂ ਬਾਰੇ ਹੋਰ ਗੱਲ ਨਹੀਂ ਕੀਤੀ, ਇੱਕੋ ਹੀ ਗੱਲ ਕੀਤੀ ਆ ਹਮੇਸ਼ਾ ਵੀ ਬਹੁਤ ਮਾੜੀ ਗੱਲ ਕਾਂਗਰਸ ਪਾਰਟੀ ਜਿਹਦੀ ਮਰਜ਼ੀ ਸਰਕਾਰ ਸੀ ਜਿਨ੍ਹਾਂ ਨੇ ਅਟੈਕ ਕੀਤਾ, ਉਹਨਾਂ ਦੀ ਮਾੜੀ ਗੱਲ ਜਿਹੜਾ ਗੁਰਦੁਆਰਾ ਸਾਹਿਬ 'ਚ ਹਥਿਆਰ ਲੈ ਕੇ ਗਏ। ਮੇਰੀ ਤਾਂ ਇੰਨੀ ਗੱਲ ਆ ਉਹਨਾਂ ਦੇ ਨਾਲ। ਹੋਰ ਮੇਰੇ ਨਾਲ ਮੈਂ ਕਿਹੜਾ ਉਹਨਾਂ ਨੂੰ ਕੋਈ ਜਾਣਦਾ ਜਾਂ ਮਿਲਿਆ। ਮੇਰੀ ਤਾਂ ਸਿਰਫ ਇੱਕੋ ਹੀ ਗੱਲ ਆ ਵੀ ਗੁਰਦੁਆਰਾ ਸਾਹਿਬ 'ਚ ਉਹ ਕਿਉਂ ਗਏ? ਕੋਈ ਕਿਲ੍ਹਾ ਲੱਭ ਲੈਂਦੇ, ਕੋਈ ਹੋਰ ਕਿਤੇ ਲੱਭ ਲੈਂਦੇ। ਗੁਰਦੁਆਰਾ ਸਾਹਿਬ 'ਚ ਜਿਹੜਾ ਇਹ ਕੁਛ ਹੋਇਆ, ਕੋਈ ਅਸਲੇ ਲੈ ਕੇ ਜਾਣੇ ਗੁਰਦੁਆਰਾ ਸਾਹਿਬ, ਬਰੂਦ ਲੈ ਕੇ ਜਾਣਾ ਕੋਈ ਚੰਗੀ ਗੱਲ ਆ? ਤੁਸੀਂ ਇਹ ਐਡਮਿਟ ਕਰਦੇ ਹੋ ਕਿ ਸਰਦਾਰ ਬੇਅੰਤ ਸਿੰਘ ਦੇ ਰਾਜ ਦੇ ਵਿੱਚ ਬਹੁਤ ਨੌਜਵਾਨ ਸਿੱਖ ਨੌਜਵਾਨ ਨਿਰਦੋਸ਼ੇ ਮਾਰੇ ਗਏ? ਨਹੀਂ, ਉਹ ਤਾਂ ਗਿਣਤੀ ਤਕਰੀਬਨ ਜਿਹੜੀ ਟੈਰਰਿਸਟ ਜਿਹੜੇ ਮਰੇ ਆ ਉਹ ਤਾਂ 500-700 ਆ। ਮੈਂ ਨਿਰਦੋਸ਼ ਨੌਜਵਾਨਾਂ ਦੀ ਗੱਲ ਕਰ ਰਿਹਾ। ਨਹੀਂ, ਦੇਖੋ ਇੱਕ ਗੱਲ ਨੂੰ ਹੋਰ ਸਮਝੋ। ਜਿਹੜੇ ਮੁਕਾਬਲੇ ਬਣਾ ਕੇ ਮਾਰੇ ਗਏ, ਘਰਾਂ ਚੋਂ ਕੱਢ ਕੇ ਮਾਰੇ ਗਏ, ਟੋਟਲ ਬੰਦੇ ਉਦੋਂ ਸ਼ਹੀਦ ਹੋਏ 35,000। ਉਹ ਚੋਂ 1,000 ਜਾਂ 2,000 ਹਿੰਦੂ ਸੀ, ਬਾਕੀ ਜਿਹੜੇ 30,000 ਸੀ ਉਹ ਸਾਰੇ ਦੇ ਸਾਰੇ ਸਿੱਖ ਸੀ। ਸਿੱਖ ਮਤਲਬ ਉਹ ਕੌਣ ਸੀ ਸਿੱਖ? ਮੈਨੂੰ ਇਹ ਤਾਂ ਮਰੇ ਆ ਨਾ ਘਰਾਂ 'ਚ। ਮੈਂ ਤੁਹਾਡੇ ਚੈਨਲਾਂ ਤੇ ਨਹੀਂ, ਉਹ ਮੈਨੂੰ ਥੋੜਾ ਕਲੀਅਰ ਕਰ ਦਿਓ। ਜਿਹੜਾ 30,000 ਤੁਸੀਂ ਕਹਿ ਰਹੇ ਹੋ ਨੰਬਰ, ਉਹ 30,000 ਸ਼ਹੀਦ ਕਿਹਨੇ ਕੀਤਾ? ਤੁਸੀਂ ਹਜੇ ਤੱਕ ਇੰਟਰਵਿਊ ਸਿਰਫ ਟੈਰਰਿਸਟਾਂ ਦੇ ਘਰਾਂ ਦੀਆਂ ਕੀਤੀਆਂ ਨੇ। ਹੁਣ ਇਦੋਂ ਬਾਅਦ ਮੇਰੀ ਬੇਨਤੀ, ਮੇਰੇ ਉਲਟ ਜਿੰਨੀਆਂ ਮਰਜ਼ੀ ਕਰੋ, ਮੇਰੀ ਬੇਨਤੀ ਤੇ 10 ਉਹ ਪਰਿਵਾਰਾਂ 'ਚ ਇੰਟਰਵਿਊ ਕਰਿਓ ਜਿਨ੍ਹਾਂ ਨੂੰ ਬੱਬਰ ਖਾਲਸਾ, ਪੰਜਵੜ ਨੇ, ਛੰਦੜਾ ਨੇ, ਕੌਲੀ ਨੇ, ਜਿਹੜੇ ਇਹ ਲੋਕਾਂ ਨੂੰ ਮਾਰਿਆ ਸੀ, ਉਹਨਾਂ ਦੇ ਘਰਾਂ 'ਚ। ਇਹ ਤਾਂ ਇੱਕ ਮਰੇ ਨਾ, ਉਹਨਾਂ ਦੇ 10-10 ਮਰੇ। ਗੱਲ ਭੁੱਲ ਜਾਂਦਾ ਬੰਦਾ। ਜਿਵੇਂ ਅੱਜ ਮੂਸੇਵਾਲ ਨੂੰ ਮਾਰਿਆ, ਅੱਜ ਮੂਸੇਵਾਲ ਦੀ ਮਾਂ ਬਾਲ ਬੰਨ ਰਹੀ ਸੀ ਨਾ, ਉਹਦਾ ਪੱਗ ਲਾ ਕੇ ਮੰਗ ਰਿਹਾ ਸੀ ਨਾ ਵੀ ਇਨਸਾਫ ਦਿਓ।
ਤੇ ਮੇਰੇ ਦਾਦਾ ਜੀ ਸਰਦਾਰ ਬੇਅੰਤ ਸਿੰਘ ਬੋਲੇ 25,000 ਲੋਕ ਜਿਹੜੇ ਸ਼ਹੀਦ ਹੋਏ ਸੀ, ਉਹਨਾਂ ਦੀਆਂ ਮਾਵਾਂ ਭੈਣਾਂ ਬਾਪ ਇਨਸਾਫ ਮੰਗ ਰਹੇ ਸੀ। ਜਿਵੇਂ ਇਹ ਮੁੱਖ ਮੰਤਰੀ ਭਗਵੰਤ ਮਾਨ ਆ ਨਾ, ਇੱਕ ਅੱਜ ਮਰਿਆ, ਸਾਰੀ ਮਾਵਾਂ ਇਨਸਾਫ ਮੰਗ ਰਹੀਆਂ ਸੀ। ਅੱਜ ਇਨਕਾਊਂਟਰ ਹੋਇਆ ਤੇ ਕੱਲ ਨੂੰ ਇਹੀ ਰੂਪਾ ਜਰੂਪੇ ਜਿਹੜੇ ਵੀ ਇਹ ਮਾਰੇ ਗਏ ਮੰਨੂ, ਇਹਨਾਂ ਨੂੰ ਕੱਲ ਨੂੰ ਕਹੋਂਦੀ ਇਹ ਤਾਂ ਜੇ ਸ਼ਹੀਦ ਸੀਗੇ, 20 ਸਾਲ ਨੂੰ ਕਹੋਗੇ ਇਹ ਤਾਂ ਇਨਕਾਊਂਟਰ ਗਲਤ ਹੋਇਆ ਸੀ ਜੀ। ਕਹਿਣਾ ਹੀ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਸਰਦਾਰ ਬੇਅੰਤ ਸਿੰਘ ਨੇ ਉਹਨਾਂ ਨੂੰ ਇਨਸਾਫ ਦਿਵਾਇਆ 30,000 ਸਿੱਖ ਪਰਿਵਾਰਾਂ ਨੂੰ, ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ? ਉਹਨਾਂ ਨੂੰ ਇਨਸਾਫ, ਉਹਨੂੰ ਕੱਲਿਆਂ ਨੂੰ ਨਹੀਂ, ਜੇ ਜਿਵੇਂ ਆ ਨਾ ਮਰਦੇ ਰੂਪਾ ਤੇ ਆਹ ਦੋਨੋਂ, ਇਹ ਕਿੰਨਿਆਂ ਨੂੰ ਹੋਰ ਮਾਰ ਦਿੰਦੇ। ਪਤਾ ਸੀ ਵੀ ਕਿੰਨਿਆਂ ਤੋਂ ਪੈਸੇ ਰੋਜ਼ ਮੰਗ ਲੈਂਦੇ। ਇਹੋ ਜਿਹੇ ਉਦੋਂ ਹਜ਼ਾਰਾਂ ਦੀ ਗਿਣਤੀ 'ਚ ਰੂਪਾ ਤੇ ਕੀ ਨਾਮ ਆ ਇਹਦਾ ਵਿਸ਼ਨੋਈ ਬਣ ਚੁੱਕੇ ਸੀ। ਪਰ ਉਹ 30,000 ਮਾਰਿਆ ਕਿਨੇ? ਮੇਰਾ ਸਵਾਲ ਤਾਂ ਇਹ ਸੀਗਾ ਨਾ। ਆਹੀ ਮਾਰਨ ਵਾਲੇ ਜਿਹੜੇ ਲਾਰੈਂਸ ਬਿਸ਼ਨੋਈ ਵਰਗੇ, ਰੂਪੇ ਵਰਗੇ, ਭਗਵਾਨਪੁਰੀਏ ਵਰਗੇ, ਇਹ ਉਦੋਂ ਪੰਜਵੜ ਸੀ, ਉਦੋਂ ਛੰਦਣਾ ਸੀ, ਉਦੋਂ ਬੁੱਧ ਸਿੰਘ ਵਾਲਾ ਸੀ, ਗੁਰਜੰਟ ਸਿੰਘ ਵਾਲਾ ਸੀ, ਉਦੋਂ ਇਹ ਸੀ। ਤਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਬੁੱਧ ਸਿੰਘ ਵਾਲਾ, ਭਾਈ ਛੰਦੜਾ, ਇਹਨਾਂ ਸਾਰਿਆਂ ਨੇ ਸਿੱਖ ਨੌਜਵਾਨ ਮਾਰਤੇ, ਜੋ KPS ਗਿੱਲ ਤੇ ਪੰਜਾਬ ਪੁਲਿਸ ਤੇ ਦੋਸ਼ ਲੱਗਦਾ ਹੈ, ਜੋ ਐਟਰੋਸਿਟੀਜ਼ ਦੀ ਗੱਲ ਆ ਰਹੀ। ਅਸੀਂ ਤਾਂ ਕਦ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਮਾਰਿਆ। ਜਿਹੜੇ ਬੁੱਧ ਸਿੰਘ ਵਾਲੇ, ਦੂਜੇ ਵਾਲੇ ਸਾਰੇ। ਮੇਰਾ ਸਵਾਲ ਬੜਾ ਸੌਖਾ ਸੀ ਬਿੱਟੂ ਜੀ, ਸ਼ਾਇਦ ਗੱਲ ਲੰਬੀ ਹੋ ਗਈ ਤਾਂ ਤੁਸੀਂ, ਮੇਰਾ ਸਵਾਲ ਇਹ ਸੀ ਕਿ ਕੀ ਤੁਸੀਂ ਇਹ ਮੰਨਦੇ ਹੋ ਕਿ ਪੰਜਾਬ ਪੁਲਿਸ ਨੇ ਉਸ 4-4.5 ਸਾਲ ਦੇ ਵਕਫੇ ਦੌਰਾਨ ਬਹੁਤ ਸਾਰੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਮਾਰਿਆ? ਮੇਰਾ ਇਹ ਸਵਾਲ ਸੀ। ਅੱਜ ਕੋਈ ਵੀ ਨਿਰਦੋਸ਼ ਕਿਸੇ ਦਾ ਕਹੀ ਜਾਵੇ, ਉਦੋਂ ਕੋਈ ਵੀ ਜਿਹੜਾ, ਮੈਂ ਇੱਕ ਗੱਲ ਮੰਨ ਸਕਦਾ ਵੀ ਕੋਈ ਕ੍ਰਾਸ ਫਾਇਰਿੰਗ 'ਚ ਕੋਈ ਮਾਰਿਆ ਗਿਆ ਹੋਵੇ, ਕਿਉਂਕਿ ਇਹ ਗੱਲ ਮੈਂ ਡਿਨਾਈ ਤਾਂ ਨਹੀਂ ਕਰ ਸਕਦਾ, ਕਿਉਂਕਿ ਅੱਜ ਬਹੁਤ ਪੁਲਿਸ ਆਫੀਸਰ ਨੇ ਜਿਹੜੇ ਅੱਜ ਜੇਲ੍ਹਾਂ 'ਚ ਨੇ ਜੀ। ਜਿਵੇਂ ਕੱਲ ਹੀ ਇੱਕ ਮੋਹਾਲੀ 'ਚ ਕੇਸ ਦਾ ਫੈਸਲਾ ਹੋਇਆ, ਇੱਕ IPS ਨੂੰ, IPS ਨੂੰ, ਤੇ ਇੱਕ ਸਬ ਇੰਸਪੈਕਟਰ ਤੇ ਕਾਂਸਟੇਬਲ ਨੂੰ ਕੱਲ ਹੀ ਸਜ਼ਾ ਹੋਈ ਹੈ CBI ਦੇ ਕੋਰਟ 'ਚ। ਜਿਨ੍ਹਾਂ ਨੇ ਗਲਤ ਕੀਤਾ, ਸੈਣੀ ਸਾਹਿਬ ਤੇ ਵੀ ਕੇਸ ਚੱਲ ਰਹੇ ਆ ਜੀ। ਇਹ ਤਾਂ ਨਹੀਂ ਕਹਿ ਸਕਦੇ ਨਾ, ਪਰ ਜਿਨ੍ਹਾਂ ਨੇ ਗਲਤ ਕੀਤਾ ਏ ਉਹ ਅੱਜ ਜੇਲ੍ਹਾਂ 'ਚ ਵੀ ਬੈਠੇ ਆ ਤੇ ਉਹਨਾਂ ਤੇ ਕੇਸ ਚੱਲ ਵੀ ਰਹੇ ਆ। ਤੇ ਜੇ ਆਪਾਂ ਕਹੀਏ ਵੀ ਸਾਰੇ ਹੀ, ਇਹ ਜਿਹੜਾ ਸਾਰਾ ਕੁਝ ਹੀ ਹੋਇਆ ਇੰਨੇ ਸਾਲ, ਅੱਜ ਕਿਸੇ ਨੂੰ ਤੁਸੀਂ ਅੱਜ ਸੋਚ ਸਕਦੇ ਹੋ ਵੀ ਕਿਸੇ ਨੂੰ ਕੋਈ ਮਾਰ ਸਕਦਾ? ਉਹ ਵੀ ਪੰਜਾਬੀ ਨੂੰ ਮਾਰਤਾ, ਕਿਸੇ ਬਾਹਰੋਂ ਤਾਂ ਤੁਹਾਨੂੰ ਇਹ ਲੱਗਦਾ ਕਿ ਜਿਹੜੀ ਇਹ ਹੇਟਰਡ ਹੈ, ਚਾਹੇ ਉਹ ਸਰਦਾਰ ਬੇਅੰਤ ਸਿੰਘ ਟੁਵਰਡਸ ਹੋਈ, ਚਾਹੇ KPS ਗਿੱਲ ਦੇ ਟੁਵਰਡਸ ਹੋਈ, ਤੁਹਾਨੂੰ ਲੱਗਦਾ ਉਹ ਬਹੁਤ ਸੀਮਤ ਲੋਕਾਂ ਦੇ ਵਿੱਚ ਹੈ, ਪੂਰੀ ਸਿੱਖ ਕੌਮ 'ਚ ਨਹੀਂ ਹੈਗੀ? ਨਹੀਂ, ਫਿਰ ਅਸੀਂ ਉਦੋਂ ਬਾਅਦ ਕਿੱਥੋਂ ਜਿੱਤਦੇ ਆ ਰਹੇ ਹਾਂ ਤੇ ਉਹ ਕਿੱਥੋਂ ਹਾਰਦੇ ਆ ਰਹੇ ਆ? ਇਹੀ ਤੁਸੀਂ ਕਹਿ ਰਹੇ ਹੋ ਸਿਮਰਨਜੀਤ ਮਾਨ ਹੋਣੀ, ਬਿਮਲ ਕੌਰ ਖਾਲਸਾ ਹੋਏ, ਇਹੀ ਮੰਡ ਸਾਹਿਬ ਹੋਏ, ਇਹ ਜੇਲ੍ਹਾਂ 'ਚ ਬੈਠ ਕੇ 5-5 ਲੱਖ ਤੇ ਜਿੱਤ ਗਏ ਸੀ, ਕਿਉਂਕਿ ਉਦੋਂ ਕਹਿੰਦੇ ਸੀ ਵੀ ਜਿਹੜਾ ਸਾਨੂੰ ਵੋਟ ਨਹੀਂ ਪਾਊਗਾ ਉਹਨੂੰ ਠੋਕਾਂਗੇ। ਤੁਸੀਂ ਕਹਿ ਰਹੇ ਹੋ ਉਦੋਂ ਡਰਾ ਕੇ 99 ਦੀ ਜਿਹੜੀ ਲੈਂਡਸਲਾਈਡ ਵਿਕਟਰੀ ਹੋਈ, ਉਹ ਡਰਾ ਕੇ, ਬਿਲਕੁਲ 100% ਜੇਲ੍ਹ 'ਚ ਬੈਠ ਕੇ ਇਹਨਾਂ ਨੇ ਇਹ ਗੱਲਾਂ ਕੀਤੀਆਂ। ਮੰਡ ਸਾਹਿਬ ਨੂੰ ਪੁੱਛ ਲਿਓ ਵੀ ਕਿੰਨੇ ਭਾਈ ਤੁਹਾਡੇ ਐਨਕਾਊਂਟਰ 'ਚ ਮਾਰੇ ਗਏ ਨੇ। ਮੰਡ ਸਾਹਿਬ ਨੇ ਇੰਟਰਵਿਊ ਕਰਿਓ, ਮੇਰੇ ਨੌਲੇਜ ਸ਼ਾਇਦ 7 ਭਰਾ ਸੀ, ਇਹ 5 ਜਾਂ 6 ਇਹਨਾਂ ਦੇ ਐਨਕਾਊਂਟਰਾਂ 'ਚ ਮਾਰੇ ਗਏ। ਇਹ ਉਦੋਂ MP ਬਣ ਗਏ। ਤੇ ਇਸੇ ਤਰੀਕੇ ਨਾਲ ਉਸ ਵੇਲੇ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ, ਇਹ ਗੱਲ ਥੋੜੀ ਜੀ ਮੈਨੂੰ ਵੀ ਇਹ ਦੁੱਖ ਲੱਗਦਾ ਬਈ ਇੱਕ ਵਨ ਸਾਈਡ ਜਿਹੜੀ ਆ ਉਹ ਅੱਜ ਦਿਖਾਈ ਜਾ ਰਹੀ ਆ। ਬਿਲਕੁਲ 2 ਸਾਈਡ ਜਿਹੜੇ ਪਰਿਵਾਰ ਨੇ, ਆਪਾਂ ਲੁਧਿਆਣੇ 'ਚ ਹੀ ਲਾ ਲਈਏ, ਪਾਂਡੇ ਜੀ ਕੀ ਨੇ, ਪਾਂਡੇ ਜੀ ਪਿਤਾ ਜੀ, ਆਪਾਂ ਉਦੋਂ ਸ਼ਾਮ ਸੁੰਦਰ ਅਰੋੜਾ ਜੀ ਲਾ ਲਈਏ, ਉਹਨਾਂ ਦੇ ਭਰਾ ਕੀ ਨੇ, ਪੱਪੀ ਦੇ ਅੱਜ MLA ਆਮ ਆਦਮੀ ਪਾਰਟੀ ਤੋਂ ਪੱਪੀ ਪ੍ਰਾਸ਼ਰ, ਉਹਨਾਂ ਦੀ ਇੰਟਰਵਿਊ ਕਰ ਲਿਓ ਵੀ ਤੁਹਾਡੇ ਭਰਾ ਨੂੰ ਕਿਉਂ ਮਾਰਿਆ ਸੀ। ਆਪਣੇ ਅਰਜਨ ਸਿੰਘ ਤੇ ਇੱਕ ਹਿੰਦੂ ਇੱਕ ਸਿੱਖ, KK ਬਾਬਾ ਦੇ ਗੋਲੀ ਵੱਜੀ, KK ਬਾਬਾ ਜੀ ਦੇ। ਅੱਜ ਇਹ ਜੇ ਮੈਂ ਆਇਡੈਂਟੀਫਾਈ ਕਰਕੇ ਮੈਂ ਰੱਖੀ ਹੋਈ ਹੈ ਲਿਸਟ ਬਣਾ ਕੇ, ਜਿਹੜੀ ਕਿ ਮੈਂ ਤੁਹਾਨੂੰ ਸੌਂਪਣੀ ਆ ਵੀ ਤੁਸੀਂ ਜਰਾ ਆਪਣੇ ਇਕੱਲੇ ਲੁਧਿਆਣੇ ਜ਼ਿਲ੍ਹੇ 'ਚ ਹੀ ਵੀ ਇਹਨਾਂ ਦੀ ਇੰਟਰਵਿਊ ਕਰਕੇ ਆਓ ਵੀ ਤੁਹਾਡੇ ਬੱਚਿਆਂ ਨੂੰ, ਤੁਹਾਡੇ ਘਰ ਵਾਲੇ ਨੂੰ, ਤੁਹਾਡੇ ਨੂੰ ਕਿਉਂ ਮਾਰਿਆ ਸੀ। ਹੁਣ ਗੱਲ ਕੀ ਸੀ? ਜੇ ਤਾਂ ਉਸ ਵੇਲੇ ਮੇਰੇ ਘਰੇ ਰਾਤ ਨੂੰ ਆ ਗਏ ਠਹਿਰਨ 10 ਟੈਰਰਿਸਟ, ਜੇ ਤਾਂ ਮੈਂ ਠਰਾ ਲਏ ਤਾਂ ਸਵੇਰੇ ਪੁਲਿਸ ਮੈਨੂੰ ਠੋਕਦੀ ਸੀ, ਜੇ ਮੈਂ ਨਾ ਠਰਾਏ ਤਾਂ ਮੈਨੂੰ ਉਹ ਠੋਕਦੇ ਸੀ। ਇਹ ਗੱਲ ਤਾਂ ਸੱਚਾਈ ਆ। ਜਿਹੜੇ ਬੰਦੇ ਅੱਜ ਕਹਿੰਦੇ ਆ ਵੀ ਸਾਡੇ ਨਿਹੱਤਿਆਂ ਨੂੰ ਸਾਨੂੰ ਮਾਰਤਾ, ਉਹ ਠਹਿਰਾਂ ਪ੍ਰੋਵਾਈਡ ਕਰਦੇ ਸੀ, ਉਹ ਰੋਟੀਆਂ ਪ੍ਰੋਵਾਈਡ ਕਰਦੇ ਸੀ ਉਹਨਾਂ ਨੂੰ, ਪਰ ਉਹਨਾਂ ਦੀ ਮਜਬੂਰੀ ਸੀ, ਉਹਨਾਂ ਨੂੰ ਬੰਦੂਕਾਂ ਨਾਲ ਡਰਾਉਂਦੇ ਸੀ। ਹੁਣ ਜਿਨ੍ਹਾਂ ਦੇ ਘਰਾਂ 'ਚ ਰੋਜ਼ ਉਹ ਲੁਕਦੇ ਸੀ, ਉਹ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਸੀ। ਜਦੋਂ ਇਨਕਾਊਂਟਰ ਹੋ ਗਿਆ, ਜੇ 5 ਟੈਰਰਿਸਟ ਮਾਰੇ ਗਏ ਤੇ ਵਿੱਚ 2 ਘਰ ਵਾਲੇ ਵੀ ਮਾਰੇ ਗਏ। ਇਹ ਤਾਂ ਗੱਲ ਹੋਈ ਆ। ਇਹ ਗੱਲਾਂ ਆਈਆਂ ਨਾ ਕਿ ਏਜੰਸੀਆਂ ਨੇ ਬੰਦੇ ਪਾਤੇ, ਫਿਰ ਸਿੰਘਾਂ ਦੇ ਨਾਂ ਤੇ ਬਦਨਾਮ ਕੀਤੇ ਗਏ, ਜਿਹੜੇ ਬੱਸਾਂ 'ਚ ਵੀ ਕੱਢ ਕੇ ਮਾਰੇ ਉਹ ਜਿਹੜੇ ਲਹਿਰ ਨਾਲ ਜੁੜੇ ਖਾਲਕੂ ਸਿੰਘ ਨਹੀਂ ਸੀਗੇ, ਇਹ ਗੱਲਾਂ ਵੀ ਆਈਆਂ। ਮੈਨੂੰ ਨਹੀਂ ਪਤਾ
ਇੱਕ ਮੈਂ ਇੰਟਰਵਿਊ ਦੇਖੀ ਹੈ ਬਿੱਟੂ ਹੁਣਾਂ ਦੀ, ਦਲਜੀਤ ਬਿੱਟੂ ਦੀ ਜੀ, ਮੈਂ ਸੁਣੀ ਬੜੇ ਧਿਆਨ ਨਾਲ। ਉਹਨਾਂ ਨੇ ਇੱਕ ਵਾਰ ਨਹੀਂ, ਉਹ ਇੰਟਰਵਿਊ 10 ਵਾਰ ਮੰਨਿਆ ਵੀ ਅਸੀਂ ਲੋਕ ਜੈਨੂਅਨ ਸੀ ਤੇ ਸਾਡੇ ਨਾਲ ਐਸੇ ਗਰੋਹ ਰਲ ਗਏ ਥੱਲੇ ਜਿਹੜੇ ਸਾਡੇ ਤੋਂ ਬੇਕਾਬੂ ਹੋ ਗਏ ਜੀ। ਉਹਨਾਂ ਨੇ ਉਹ ਚ ਵਾਇਲੈਂਟ ਹੋਏ ਹੋ। ਹਾਂ, ਬੜੇ ਧਿਆਨ ਨਾਲ ਮੈਂ ਸੁਣੀ ਵੀ ਉਹ ਸਾਡੇ ਵੀ ਕੰਟਰੋਲ ਚ ਨਹੀਂ ਰਹੇ। ਉਹਨਾਂ ਨੇ ਬੰਦੂਕਾਂ ਚੱਕ ਲੀਆਂ, ਆਪਣੇ ਜਿੱਦਾਂ ਕੱਢਣ ਲੱਗ ਗਏ, ਆਪਣੇ ਆਪ ਐਕਸਟੋਰਸ਼ਨ ਕਰਨ ਲੱਗ ਗਏ, ਮਾਰਨ ਲੱਗ ਗਏ ਲੋਕਾਂ ਨੂੰ, ਆਪਣੇ ਆਪ ਫੈਸਲੇ ਥੱਲੇ ਕਰਨ ਲੱਗ ਗਏ ਵੀ ਫਲਾਣੇ ਦੀ ਕੁੜੀ ਨਹੀਂ ਰੱਖਦਾ ਤਾਂ ਮੈਂ ਮਾਰੂ, ਫਲਾਣੇ ਦਾ ਜ਼ਮੀਨ ਦਾ ਡਿਸਪਿਊਟ ਆ ਤਾਂ ਉਹਨੂੰ ਠੋਕਤਾ। ਤੇ ਇਹ ਚੀਜ਼ਾਂ ਜਿਹੜੀਆਂ ਸੀ, ਉਹਨੂੰ ਤੁਸੀਂ ਸੋਚੋ, ਸਰਦਾਰ ਬੇਅੰਤ ਸਿੰਘ ਜੀ ਨੂੰ ਕੀ ਲੈਣਾ ਸੀ? ਨਹੀਂ, ਬਾਕੀ ਮੁੱਖ ਮੰਤਰੀ ਐਸ਼ ਕਰਦੇ ਆ, ਬਣ ਕੇ 5 ਬਣੇ, ਉਹ ਵੀ ਬਣੀ ਜਾਂਦੇ। ਉਹਨਾਂ ਨੂੰ ਇਹ ਕਲੀਅਰ ਪਤਾ ਸੀ। ਉਹ ਸਾਨੂੰ ਰੋਜ਼ ਕਹਿੰਦੇ ਸੀ ਵੀ ਮੇਰੇ ਨਾਲ ਗੱਡੀ 'ਚ ਨਾ ਬੈਠਿਆ ਕਰੋ ਬੇਟਾ, ਸਕੂਲ ਬਚ ਕੇ ਜਾਇਆ ਕਰੋ, ਕਾਲਜ ਸਕੂਲ ਗੱਡੀਆਂ 'ਚ। ਮਤਲਬ ਇੱਕ ਡਰ ਭੌ ਦਾ ਮਾਹੌਲ ਸੀ। ਉਹ ਇਹ ਕਹਿੰਦੇ ਸੀ ਵੀ ਮੈਂ ਨਹੀਂ ਬਚਣਾ, ਪਰ ਮੈਂ ਜੋ ਜ਼ਿੰਮੇਵਾਰੀ ਪੰਜਾਬ ਦੀ, ਮੈਂ ਲੋਕਾਂ ਨਾਲ ਸਹੁੰ ਚੱਕ ਕੇ ਆਇਆ ਵੀ ਮੈਂ ਪੰਜਾਬ ਨੂੰ ਗੋਲੀ ਨਹੀਂ ਚੱਲਣ ਦੇਣੀ। ਪੰਜਾਬ 'ਚ ਮੈਂ ਦੁਬਾਰਾ ਗਿੱਧੇ ਭੰਗੜੇ ਪੈਣ, ਲੋਕਾਂ ਦੇ ਖੁਸ਼ੀਆਂ ਦੁਬਾਰਾ ਮਨਾਈਆਂ ਜਾਣ। 5 ਵਜੇ ਬਾਜ਼ਾਰ ਬੰਦ ਹੋ ਜਾਂਦੇ ਸੀ। ਉਹਨਾਂ ਨੇ ਕੀ ਲੈਣਾ ਸੀ? ਤੁਹਾਨੂੰ ਲੱਗਦਾ ਹੁਣ ਸੈਂਟੀਮੈਂਟ ਸ਼ਾਇਦ ਚੇਂਜ ਹੋ ਰਿਹਾ ਪੰਜਾਬ ਦਾ ਦੁਬਾਰਾ? ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਪੰਜਾਬ ਦੇ ਲੋਕਾਂ ਨੇ ਇੱਕ ਵਾਰ ਉਹ ਗਨ ਕਲਚਰ, ਬੰਦੂਕ ਦੀ ਲੜਾਈ ਦੇਖ ਲਈ ਆ। ਪੰਜਾਬ ਬੜੇ ਸਮਝਦਾਰ ਬੈਠੇ ਆ। ਇਹ ਤਾਂ ਤੁਹਾਨੂੰ ਪਤਾ ਹੁਣ ਦੇਖੋ ਇਹਦੇ ਵਿੱਚ ਕਿਹੜੀ ਕਲਚਰ ਦੀ ਗੱਲ ਆ ਜੀ? ਉਹ ਜਿਹੜਾ ਬੈਠਾ ਉਹ 2020 ਵਾਲਾ ਉੱਲੂ ਆਦਮੀ, ਉਹਨੂੰ ਇਹ ਨਹੀਂ ਪਤਾ ਵੀ ਇਹ 'ਚ ਹਰਿਆਣੇ ਵਾਲੇ ਕਿੰਨੇ ਸੀ। ਮੂਸੇਵਾਲ ਨੂੰ ਕੀ ਸ਼ਬਦ ਵਰਤ ਰਿਹਾ? ਗਿਆਨੀ ਕੋ ਠੋਕਦੀ ਆ, ਗਿਆਨੀ ਕੋ ਠੋਕਦੀ ਆ। ਤੇ ਇਹ ਕੰਮ ਕਰਾਉਨੇ ਹੋ ਸਾਨੂੰ ਸਾਥੋਂ, ਤੁਸੀਂ ਗਿਆਨੀਆਂ ਨੂੰ ਠੁਕਵਾ ਰਹੇ ਹੋ। ਇਹਨਾਂ ਨਾਲ ਰਲ ਕੇ ਤੁਸੀਂ ਖਾਲਿਸਤਾਨ ਬਣਾਉਣਾ ਚਾਹੁੰਦੇ ਹੋ। ਕਿਹਨੇ ਮਰਵਾਇਆ ਸਿੱਧੂ ਮੂਸੇਵਾਲੇ ਨੂੰ? ਨਹੀਂ, ਮੈਂ ਤਾਂ ਜਿਹੜੀਆਂ ਤੁਹਾਡੇ ਚੈਨਲਾਂ ਤੇ ਹੀ ਸੁਣਦਾ ਗੱਲ, ਜਿਹੜੀਆਂ ਰਿਕਾਰਡਿੰਗਾਂ ਜਿਹੜੀਆਂ ਆਈਆਂ ਉਹ ਤੋਂ ਮੈਂ ਗੱਲ ਕਰ ਰਿਹਾ ਵੀ ਕੋਈ ਹਰਿਆਣੇ ਦਾ ਇਹ ਮੁੰਡਾ ਜਿਹੜਾ ਹੁਣ ਫੜਿਆ ਹੋਇਆ, ਉਹਦੀ ਰਿਕਾਰਡਿੰਗ ਕੋਈ ਇਹ ਆਈ ਆ। ਮਤਲਬ ਤੁਸੀਂ ਦੇਖ ਹੀ ਨਹੀਂ ਰਹੇ, ਪੈਸੇ ਪਿੱਛੇ ਕਿਸੇ ਨੂੰ ਮਰਾਉਣ ਦਾ ਇਹ ਸਿੱਖਾਂ ਦਾ ਏਜੰਡਾ ਹੈ। ਇਹ ਕਦੇ ਸਾਡੇ ਗੁਰੂਆਂ ਦਾ, ਕਿਸੇ ਦਾ ਇਹ ਏਜੰਡਾ ਸੀ ਵੀ ਉਹ ਇਕੱਲੇ ਬੰਦੇ ਨੂੰ, ਜਾਂਦੇ ਨੂੰ ਤੁਸੀਂ ਸਾਰੇ ਗੁੰਡੇ ਮਹਾਰਾਸ਼ਟਰ ਸਭ ਤੋਂ ਇਕੱਠੇ ਕਰਕੇ ਉਹਨੂੰ ਮਰਾ ਦਿਓ? ਤੇ ਹੁਣ ਤੁਸੀਂ ਦੱਸੋ, ਇਹ ਤਾਂ ਗੱਲਾਂ ਅਜੇ ਮੈਂ ਉਹਨਾਂ ਡੀਪਲੀ ਫਾਇਦਾ ਨਹੀਂ ਕੋਈ। ਬਈ ਸਾਡੇ ਕਾਂਗਰਸ ਦਾ ਕੈਂਡੀਡੇਟ ਮੂਸੇਵਾਲਾ ਹਾਰ ਗਿਆ, ਜਦੋਂ ਉਹ ਸ਼ਹੀਦ ਮਤਲਬ ਡੈਥ ਹੋ ਗਈ ਉਹਦੀ, ਤਾਂ ਮਾਨ ਸਾਹਿਬ ਇੱਕ ਵੀਡੀਓ ਨਾਲ ਜਿੱਤ ਗਏ ਉਹਦੀ ਨਾਲ। ਖਾਲਿਸਤਾਨ ਦੇ ਏਜੰਡੇ ਦੀ ਤਾਂ ਮੈਂ ਤੈਨੂੰ ਗੱਲ ਵੀ ਕਾਹਨੂੰ ਜਿੱਤੇ ਆ ਉਹ ਵਿਚਾਰੇ, ਉਹ ਤਾਂ ਇੱਕ ਸਿੱਧੂ ਮੂਸੇਵਾਲੇ ਦੇ ਗਾਣੇ ਨਾਲ ਇਸ ਵੇਲੇ ਨਾਲ ਜਿੱਤ ਗਏ। ਤੇ ਇੱਕ ਜਿਹੜਾ ਉਹਨਾਂ ਦੇ ਸਿਆਣਾ ਪੀਏ, ਬਹੁਤ ਸਿਆਣਾ ਪੁਰਾਣਾ ਬੰਦਾ ਹੈ ਉਹਨਾਂ ਦੇ ਨਾਲ, ਉਹਦੀ ਰਿਕਾਰਡਿੰਗ ਵੀ ਬਾਪੂ ਜੀ ਆਓ ਮੈਂ ਉਡੀਕਦਾ। ਉਹ ਕੱਲੀ ਗੱਲ ਆ ਜਿਹੜੀ ਉਹ ਲੱਖਾਂ ਵੋਟਾਂ ਪਵਾ ਕੇ, ਚਲੋ ਉਹ ਗੱਲ ਕੋਈ ਗੱਲ ਨਹੀਂ, ਉਹ ਇਹ ਨਹੀਂ ਮੈਂ ਕਹਿੰਦਾ ਵੀ ਕੋਈ ਮਾੜੀ ਗੱਲ ਆ, ਪਰ ਪ੍ਰਸਥਿਤੀਆਂ ਬਣਦੀਆਂ ਹੈ, ਸੈਂਟੀਮੈਂਟ ਬਣਦੇ ਆ ਲੋਕਾਂ ਦੇ। ਉਹ ਜਿਉਂਦੇ ਨੂੰ ਜਿਤਾਇਆ ਨਹੀਂ, ਮਰੇ ਨੂੰ ਮਾਨ ਸਾਹਿਬ ਨੂੰ ਜਿਤਾ ਗਿਆ। ਉਹ ਬਾਅਦ ਚ ਗੱਲਾਂ ਕਹਿਣ ਦਾ ਕੀ ਫਾਇਦਾ? ਫਿਰ ਬਾਅਦ ਚ ਜਦੋਂ ਬੰਦਾ। ਬਿੱਟੂ ਜੀ, ਆਖਰੀ ਸਵਾਲ ਹੈ ਮੇਰਾ, ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਹਿ ਰਹੇ ਹੋ ਕਿ SGPC ਕਮਜ਼ੋਰ ਹੋਈ, ਜਥੇਦਾਰ ਸਾਹਿਬ ਆਪ ਕਬੂਲ ਰਹੇ ਆ, ਤੁਸੀਂ ਉਸ ਬਿਆਨ ਤੇ ਰਿਐਕਟ ਕੀਤਾ, ਫਿਰ ਇਹ ਰਿਫਾਰਮ ਕਿਵੇਂ ਆਊਗਾ? ਹੁਣ ਕੌਮ ਦੇ ਵਿੱਚ ਜਿਹੜਾ ਇਹ ਇੰਸਟੀਟਿਊਸ਼ਨਸ ਕੌਮ ਦੇ ਖਤਮ ਹੋਣ ਲੱਗ ਗਏ। ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਤੁਸੀਂ ਸਵਾਲ ਕਰ ਰਹੇ ਹੋ। ਕਿਸੇ ਵੇਲੇ ਸਭ ਤੋਂ ਜੀ ਸੌਰੀ ਤੁਸੀਂ ਪੂਰਾ ਕਰੋ। ਸਭ ਤੋਂ ਵੱਡਾ ਸਾਡਾ ਚੀਫ ਜਸਟਿਸ ਜਿਹੜਾ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ, ਸੁਪਰੀਮ ਕੋਰਟ ਅਸੀਂ ਮੰਨਦੇ ਹਾਂ ਬਿਲਕੁਲ। ਤੇ ਅੱਜ ਜੇ ਸਵਾਲ ਹੋਣ ਲੱਗ ਗਏ, ਫਿਰ ਇਸ ਨਿਗਾਰ ਨੂੰ ਵਾਪਸ ਕਿਵੇਂ ਸਹੀ ਕਰੋਗੇ? ਤੁਸੀਂ ਮੈਨੂੰ ਇਹੀ ਤਾਂ ਕੁਝ ਵੀ ਜਥੇਦਾਰ ਸਾਹਿਬ ਅਕਾਲ ਤਖਤ ਦੇ ਸਾਡੇ ਪੋਪ, ਉਹ ਲੇਲੜੀਆਂ ਕੱਢ ਰਹੇ ਆ, ਉਹ ਲੇਲੜੀਆਂ ਕੱਢ ਰਹੇ ਆ। ਸਿੱਧਾ ਨਹੀਂ ਕਹਿ ਸਕਦੇ। ਉਹ ਸੁਖਬੀਰ ਬਾਦਲ ਨੂੰ ਕਹਿ ਰਿਹਾ ਵੀ ਛੱਡ ਦੇ ਖਹਿੜਾ, SGPC ਪ੍ਰਧਾਨ ਨੂੰ ਕਹਿ ਰਹੇ ਆ ਉਹ ਤੁਸੀਂ ਮਾਰੋ ਇੱਕ। ਮਤਲਬ ਉਹਨਾਂ ਦਾ ਤਾਂ ਜਿਹਨੂੰ ਉਹ ਤਨਖਾਹੀਆਂ ਕਰਾਦ ਕਰਦੇ ਨੇ, ਰੋਟੀ ਬਾਟੀ ਦਾ ਹਿਸਾਬ ਉਹਦੇ ਨਾਲ ਮੁੱਕ ਜਾਂਦਾ ਹੈ। ਉਹਨਾਂ ਕੋਲ ਤਾਂ ਇੰਨੀ ਤਾਕਤ ਆ, ਕਰੋ ਇਹਨਾਂ ਦਾ ਬੰਦ ਸਾਰਾ ਕੁਝ। ਸੁਖਬੀਰ ਸਿੰਘ ਬਾਦਲ ਹੋਣਾ ਦਾ ਅੱਜ ਹੀ ਨਾਲ ਜਥੇਦਾਰ ਸਾਹਿਬ ਨੂੰ ਲੋਕ ਮਤਲਬ ਅਸਲੀ ਜਥੇਦਾਰ ਨਾ ਮੰਨ ਲੈਣ। ਤੁਹਾਨੂੰ ਲੱਗਦਾ ਅਕਾਲੀ ਦਲ ਦਾ ਰਿਵਾਈਵਲ ਬਾਦਲ ਪਰਿਵਾਰ ਨੂੰ ਮਾਈਨਸ ਕਰਨ ਨਾਲ ਹੈ? ਨਹੀਂ, ਮੈਂ ਦੇਖੋ ਇਹ ਤਾਂ ਨਹੀਂ ਕਹਿੰਦਾ, ਕਿਉਂਕਿ ਮੈਂ ਕੋਈ ਅਕਾਲੀ ਦਲ ਦਾ ਨਹੀਂਗਾ, ਮੇਰਾ ਕੋਈ ਬਾਦਲ ਪਰਿਵਾਰ ਨਾਲ ਕੋਈ ਜਾਤੀ ਉਹਨਾਂ ਨਾਲ ਕੋਈ ਮੇਰਾ ਰੌਲਾ ਨਹੀਂ। ਮੈਂ ਤਾਂ ਇੱਕ ਗੱਲ ਤੁਹਾਡੇ ਮੂਹਰੇ ਸਾਰੀਆਂ ਰੱਖਤੀਆਂ ਵੀ ਬਾਦਲ ਸਾਹਿਬ ਦੀ ਜੇਬ ਚੋਂ ਜੇ ਜਥੇਦਾਰ ਬਣਨਗੇ ਤਾਂ ਜਥੇਦਾਰ ਸਾਹਿਬ ਐਂ ਜਿਨ੍ਹਾਂ ਨੂੰ ਤੁਸੀਂ ਚੀਫ ਮਿਨਿਸਟਰ ਤੁਹਾਨੂੰ ਬਾਹਰ, ਜਿਨ੍ਹਾਂ ਨੂੰ ਤੁਸੀਂ ਲਾਲੇ ਦੱਸਦੇ ਹੋ ਜਾਂ ਹੋਰ ਦੱਸਦੇ ਹੋ, ਐਂ ਸੰਤਰੀ ਦੀਆਂ ਪੋਸਟਾਂ 'ਚ ਖੜੋਗੇ। ਇਹਦੇ ਜ਼ਿੰਮੇਵਾਰ ਤੁਸੀਂ ਹੋ। ਤੁਸੀਂ ਇਹ ਗੱਲ ਸੁਣ ਲਓ, ਤੁਸੀਂ ਜਥੇਦਾਰ ਹੋ, ਹਜੇ ਵੀ ਤੁਸੀਂ
AK-47 ਵਾਲਿਆਂ ਦੀ ਮਦਦ ਕਰ ਛੱਡ ਕੇ ਪੈਨ ਵਾਲਿਆਂ ਦੀ, ਕੰਪਿਊਟਰ ਵਾਲਿਆਂ ਦੀ, ਪੈਨਸਲਾਂ ਕਾਪੀਆਂ ਵਾਲਿਆਂ ਦੀ, ਇਤਿਹਾਸ ਦੀ, ਗੁਰੂ ਦੀ, ਬਾਣੀ ਦੀ, ਪੰਥ ਦੀ ਗੱਲ ਕਰੋ। ਜਦੋਂ ਤੁਸੀਂ ਆ 4 ਕਹਿੰਦੇ ਹੋ ਤਸਵੀਰਾਂ ਲਾ ਦਿਓ, ਮੈਂ ਕਸੂਰ ਤਾਂ ਤੁਸੀਂ ਹੋ, ਸਭ ਤੋਂ ਵੱਡੇ ਸੁਖਬੀਰ ਤੋਂ ਵੱਡੇ ਤੁਸੀਂ ਕਸੂਰਵਾਰ ਹੋ ਜਿਹੜੇ। ਉਹ ਕਹਿੰਦੇ ਲਾਇਸੈਂਸੀ ਹਥਿਆਰ ਰੱਖੋ, ਜਥੇਦਾਰ ਸਾਹਿਬ ਦਾ ਬਿਆਨ ਉਹ ਸੀ। ਤਾਂ ਠੀਕ ਆ, ਉਹ ਤਾਂ ਹਥਿਆਰ ਤਾਂ ਦੇਖੋ ਹਰੇਕ ਦੀ ਸ਼ਾਨ ਆ, ਹਥਿਆਰ ਦੀ ਕੋਈ ਗੱਲ ਨਹੀਂ। ਤੁਸੀਂ ਰੱਖਿਆ ਹੱਥੀ ਲਾਇਸੈਂਸੀ ਬਿਲਕੁਲ, ਚਲੋ ਲਾਇਸੈਂਸੀ ਹਥਿਆਰ ਜਥੇਦਾਰ ਉਹਨਾਂ ਨੇ ਤਾਂ ਇਹ ਬਿਆਨ ਹਰ ਤੇ ਨਹੀਂ ਉਹਨਾਂ ਤੇ ਕੋਈ ਆ, ਹਥਿਆਰ ਚੁਕਾਉਣਾ ਮਾੜੀ ਗੱਲ ਆ। ਜੇ ਮੈਂ ਤਾਂ ਉਦੋਂ ਵੀ ਕਿਹਾ ਸੀ ਵੀ ਜਥੇਦਾਰ ਸਾਹਿਬ ਤੁਹਾਡਾ ਕੰਮ ਨਹੀਂ ਗਾ ਹਥਿਆਰਾਂ ਨੂੰ ਚੁਕਾਉਣ ਦਾ, ਜਾਂ ਪਰ ਉਹਨਾਂ ਨੇ ਵਿੱਚ ਨਾਲ ਇਹ ਵੀ ਕਿਹਾ ਵੀ ਟ੍ਰੇਨਿੰਗ ਅਸੀਂ ਗੱਤਕੇ ਦੀ, ਦੂਜੀ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੱਤੀਆਂ, ਹੋਰ ਵੱਡੇ ਹੀ ਉਹਨਾਂ ਨੇ ਗੱਲ ਕੀਤੀ ਆ। ਪਰ ਜਥੇਦਾਰ ਸਾਹਿਬ ਦੇ ਕੋਲ ਅੱਜ ਮੌਕਾ ਹੈ, ਬੜੇ ਪੜ੍ਹੇ ਲਿਖੇ ਨੇ, ਗੱਲਾਂ ਵੀ ਕਰਦੇ ਆ, ਪਰ ਤੁਸੀਂ ਜਿਵੇਂ ਕਿਹਾ ਜੀ ਨਹੀਂ ਕਰ